ਇਹ ਪਟਿਆਲੇ ਦੇ ਵਿੱਚ ਜੋ ਕੁਝ ਹੋਇਆ, ਜਿਸ ਤਰੀਕੇ ਨਾਲ ਦਿਖਾਇਆ ਜਾ ਰਿਹਾ, ਕੋਈ ਮਾਸਟਰਮਾਈਂਡ ਕਹਿ ਰਿਹਾ, ਕੋਈ ਕੁਝ ਕਹਿ ਰਿਹਾ। ਕਹਿਣ ਨੂੰ ਬੜਾ ਕੁਝ ਕਿਹਾ ਜਾਂਦਾ ਵੀ ਹਿੰਦੂਆਂ ਦਾ, ਸਿੱਖਾਂ ਦਾ ਬੜਾ ਜੀ, ਇਹਨਾਂ ਦਾ ਤਾਂ ਕੋਈ ਮਿਲਦਾ ਨਹੀਂ ਜੀ, ਫਲਾਣਾ, ਜਿਹੜੇ ਕਹਿਣ ਵਾਲੇ ਨੇ। 84 ਤੋਂ ਪਹਿਲਾਂ ਵੀ ਤੇ 84 ਤੋਂ ਬਾਅਦ ਵੀ ਹਿੰਦੂਆਂ ਤੇ ਸਿੱਖਾਂ ਦੇ ਮਨਾਂ 'ਚ ਉਸ ਲੈਵਲ ਦਾ ਪਾੜਾ ਹੈ ਹੀ ਨਹੀਂ ਜਿਸ ਲੈਵਲ ਦਾ ਇਹ ਬਣਾਇਆ ਜਾ ਰਿਹਾ। ਜੋ 84 ਹੋਇਆ ਉਦੋਂ ਵੱਡਾ ਰੋਹ ਸਿੱਖਾਂ 'ਚ ਕਦੀ ਵੀ ਨਹੀਂ ਹੋ ਸਕਦਾ। ਜੇ ਉਦੋਂ ਸਿੱਖ ਹਿੰਦੂਆਂ ਦੇ ਖਿਲਾਫ ਹੁੰਦੇ ਤੇ ਫਿਰ ਹਿੰਦੂ ਇੱਥੇ ਇੱਕ ਵੀ ਨਹੀਂ ਲੱਭਣਾ ਸੀ। ਉਹ ਤੋਂ ਹਿੱਲ ਗਿਆ ਵੀ ਜੇ ਐਂ ਇਕੱਠੇ ਹੋ ਗਏ, ਜਿਹੜਾ ਮੈਂ ਅੰਬਾਨੀ ਅਡਾਨੀ ਨੂੰ ਵੇਚਣਾ ਹੈ, ਇਹ ਤਾਂ ਕੰਮ ਖਰਾਬ ਹੋ ਜੂ। ਤਾਂ ਉਹਨਾਂ ਨੂੰ ਜਦ ਇਹ ਬੇਰੁਜ਼ਗਾਰੀ ਪੈਦਾ ਹੋਊਗੀ, ਆਰਥਿਕ ਸੰਕਟ ਪੈਦਾ ਹੋਊ, ਗਰੀਬੀ ਪੈਦਾ ਹੋਊਗੀ, ਉਹ ਲੜਨਗੇ, ਉਹ ਸਰਕਾਰ ਦੇ ਖਿਲਾਫ ਲੜਨਗੇ। ਉਹ ਕਹਿੰਦੇ ਆ ਸਰਕਾਰ ਦੇ ਖਿਲਾਫ ਨਾ ਲੜੋ, ਆਪਸ ਵਿੱਚ ਲੜੋ। ਫਿਰ ਉਸ ਥਾਂ ਦੇ ਵਿੱਚ ਜੇ ਇਦਾਂ ਦੇ ਹਾਲਾਤ ਬਣ ਗਏ, ਪੁਲਿਸ ਪ੍ਰਸ਼ਾਸਨ ਨੇ ਪਰਮਿਸ਼ਨ ਵੀ ਦੇ ਦਿੱਤੀ, ਲੱਗਦਾ ਕਿ ਪ੍ਰਸ਼ਾਸਨਿਕ ਤੌਰ ਤੇ ਵੀ ਸਿੱਧੇ ਤੌਰ ਤੇ ਖਾਮੀ ਦੇਖਣ ਨੂੰ ਮਿਲੀ ਹੈ ਇਸ। ਪਹਿਲਾਂ ਇੱਕ ਗੱਲ ਸਾਨੂੰ ਇਹ ਸਮਝ ਲਈਏ ਵੀ ਖਾਲਿਸਤਾਨ ਦੇ ਬਾਰੇ ਜਲੂਸ ਕੱਢਣ ਦੀ ਗੱਲ ਕਹੀ ਕੀ ਨੇ, ਕਹੀ ਪੰਨੂ ਨੇ। ਜਿਹੜਾ ਕਹਿੰਦਾ ਮੈਂ 2020 ਕਰਨਾ ਸੀ, 2020 ਤਾਂ ਜੋ ਜਲੂਸ ਨਿਕਲਿਆ ਆਪਾਂ ਨੂੰ ਪਤਾ ਹੀ ਹੈ ਜਿਹੋ ਜਿਹਾ ਕੁਝ ਹੋਇਆ। ਉਧਰੋਂ ਜਿਹੜੀ ਸੁਰੱਖਿਆ ਸੰਮਤੀ ਕਹਿੰਦਾ ਆਪਦੇ ਆਪ ਨੂੰ ਹਿੰਦੂ ਸੈਨਾ, ਉਹਦਾ ਵੀ ਸਾਨੂੰ ਪਤਾ ਹੀ ਹੈ, ਉਹਨਾਂ ਨੇ ਹਿੰਦੂਆਂ ਨੇ ਉਹਨੂੰ ਬਾਹਰ ਕੱਢਦਾ ਵੀ ਇਹ ਤਾਂ ਹੈ ਹੀ ਨਹੀਂ ਸਾਡਾ। ਸੋ ਇਹ ਇੱਕ ਸੋਚੀ ਸਮਝੀ ਚਾਲ ਸਰਕਾਰ ਦੀ ਸੀ ਪਹਿਲੀ। ਉਹਨੇ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਬੇਅਦਬੀ ਕਰਾ ਕੇ ਬੰਦਾ ਕਤਲ ਕਰਵਾਇਆ। ਇਹ ਮੈਂ ਹੁਣ ਕਹਿਣ ਨੂੰ ਤਿਆਰ ਹਾਂ, ਉਦੋਂ ਵੀ ਕਹਿੰਦਾ ਸੀ। ਸੁਪਰੀਮ ਕੋਰਟ ਦੇ ਜੱਜ ਸਾਹਿਬ ਕਹਿ ਰਹੇ ਨੇ ਕਿ ਮੈਂ ਤਾਂ ਆਪਦੇ ਮਨ ਨਾਲ ਫੈਸਲੇ ਕਰਨਾ, ਆਪਦੇ ਅਕੀਦੇ ਨਾਲ ਕਰਨਾ। ਉਹ ਭਾਈ ਹਿੰਦੁਸਤਾਨ 'ਚ ਅਕੀਦੇ ਨਾਲ ਫੈਸਲੇ ਨਹੀਂ ਹੋ ਸਕਦੇ, ਭਾਰਤ ਦੇ ਵਿੱਚ ਫੈਸਲੇ ਹੋਣਗੇ ਸੰਵਿਧਾਨ ਦੇ ਮੁਤਾਬਕ। ਤੇ ਜਿਹੜਾ ਅਕੀਦੇ ਦੇ ਮੁਤਾਬਕ ਸੁਪਰੀਮ ਕੋਰਟ 'ਚ ਜੱਜ ਸਾਹਿਬ ਬੈਠ ਕੇ ਫੈਸਲੇ ਕਰਦੇ ਨੇ, ਫਿਰ ਤਾਂ ਨਜਾਇਜ਼ ਹੀ ਕਰਨਗੇ। ਉਹ ਤਾਂ ਮੋਦੀ ਸਾਹਿਬ ਨੂੰ ਬੜਾ ਵੱਡਾ ਸਮਝਦੇ ਨੇ। ਜਿਹੋ ਜਿਹੇ ਹਾਲਾਤ ਭਾਜਪਾ ਕਹਿੰਦੀ ਕਿ ਦਿੱਲੀ ਦੇ ਵਿੱਚ ਆ, ਉੱਥੇ ਅਟੈਕ ਹੋ ਰਿਹਾ, ਉਹੀ ਪੰਜਾਬ ਦੇ ਵਿੱਚ ਬਣ ਰਹੇ ਨੇ। ਕੋਈ ਗੱਲ ਨਹੀਂ, ਜਿਹੜੇ ਤਾਂ ਹੈਗੇ ਨੇ ਅਕਾਲੀ, ਬੀਜੇਪੀ, ਕਾਂਗਰਸੀ, ਉਹ ਤਾਂ ਹਾਰ ਬਰਦਾਸ਼ਤ ਨਹੀਂ ਕਰ ਰਹੇ। 30 ਸਾਲ ਤਾਂ ਉਹਨਾਂ ਨੇ ਰਾਜ ਕਰਿਆ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪਟਿਆਲੇ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ, ਅਸੀਂ ਸਾਰਾ ਕੁਝ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਹਿੰਦੂ ਵਰਸਸ ਸਿੱਖ ਇਹ ਘਟਨਾ ਕਿਉਂ ਇਸ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ। ਸਾਡੇ ਨਾਲ ਅੱਜ ਡਾਕਟਰ ਪਿਆਰਾ ਲਾਲ ਗਰਗ ਨੇ, ਕਿਉਂਕਿ ਬੜੇ ਬਰੀਕੀ ਦੇ ਨਾਲ ਪੰਜਾਬ ਦੇ ਹਾਲਾਤਾਂ ਨੂੰ ਸਮਝਦੇ ਨੇ। ਮੈਨੂੰ ਲੱਗਾ ਕਿ ਇਹਨਾਂ ਤੋਂ ਹੋਰ ਬਿਹਤਰ ਇਨਸਾਨ ਨਹੀਂ ਹੋ ਸਕਦਾ ਜਿਹੜਾ ਸਾਨੂੰ ਸਮਝਾ ਸਕੇ ਕਿ ਇਹ ਸਾਰੀ ਘਟਨਾ ਹੋਈ ਕਿਵੇਂ, ਕਾਰਨ ਕੀ ਰਹੇ, ਤੇ ਨਾਲ ਦੀ ਨਾਲ ਸਿੱਖ ਤੇ ਹਿੰਦੂ ਇਹਨਾਂ ਦਾ ਆਪਸ ਦੇ ਵਿੱਚ ਰਿਸ਼ਤਾ ਕਿਹੋ ਜਿਹਾ ਹੈਗਾ ਤੇ ਕਿਹੋ ਜਿਹਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੋਫੈਸਰ, ਜਦੋਂ ਡਾਕਟਰ ਸਾਹਿਬ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਪਟਿਆਲੇ ਦੇ ਵਿੱਚ ਜੋ ਕੁਝ ਹੋਇਆ, ਜਿਸ ਤਰੀਕੇ ਨਾਲ ਦਿਖਾਇਆ ਜਾ ਰਿਹਾ, ਕੋਈ ਮਾਸਟਰਮਾਈਂਡ ਕਹਿ ਰਿਹਾ, ਕੋਈ ਕੁਝ ਕਹਿ ਰਿਹਾ, ਇਹ ਤੁਸੀਂ ਆਪਣੇ ਜ਼ਿਹਨ ਤੋਂ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਇਹ ਪਟਿਆਲੇ ਵਾਲੀ ਘਟਨਾ ਤੁਹਾਡੇ ਜ਼ਿਹਨ ਦੇ ਵਿੱਚ ਕਿਵੇਂ ਉਲੀਕੀ ਗਈ ਹੈਗੀ। ਦੇਖੋ ਹਰਜੀਤ ਜੀ, ਸਭ ਤੋਂ ਵੱਡੀ ਗੱਲ ਪਹਿਲਾਂ ਇਹ ਸਮਝਣ ਦੀ ਲੋੜ ਹੈ। ਕਹਿਣ ਨੂੰ ਬੜਾ ਕੁਝ ਕਿਹਾ ਜਾਂਦਾ ਵੀ ਹਿੰਦੂਆਂ ਦਾ, ਸਿੱਖਾਂ ਦਾ ਬੜਾ ਜੀ, ਇਹਨਾਂ ਦਾ ਤਾਂ ਕੋਈ ਮਿਲਦਾ ਨਹੀਂ ਜੀ, ਫਲਾਣਾ, ਜਿਹੜੇ ਕਹਿਣ ਵਾਲੇ ਨੇ। ਪਰ ਮੈਂ ਕਿਉਂਕਿ ਜਿਹੜੇ ਬੜੇ ਕੱਟੜ ਹਿੰਦੂਵਾਦ ਦੇ ਏਰੀਏ ਨੇ ਉਹਨਾਂ 'ਚ ਵੀ ਰਿਹਾ, ਜਿੱਥੇ ਪੂਰਾ ਮਾਲਵਾ ਜਮਾਂ ਹੀ ਸਿੱਖੀ ਦਾ ਹੀ ਹੈ, ਉਹਦੇ 'ਚ ਵੀ ਰਿਹਾ। ਅਤੇ ਮੈਂ ਆਪ ਵੀ ਮਾਲਵੇ ਦਾ ਜੰਮ ਪਰਾਂ, ਦੁਆਬੇ 'ਚ ਵੀ ਮੈਂ ਦੇਖਿਆ ਅਤੇ ਮਾਝੇ 'ਚ ਵੀ ਦੇਖਿਆ। 84 ਤੋਂ ਪਹਿਲਾਂ ਵੀ ਅਤੇ 84 ਤੋਂ ਬਾਅਦ ਵੀ ਹਿੰਦੂਆਂ ਅਤੇ ਸਿੱਖਾਂ ਦੇ ਮਨਾਂ 'ਚ ਉਸ ਲੈਵਲ ਦਾ ਪਾੜਾ ਹੈ ਹੀ ਨਹੀਂ ਜਿਸ ਲੈਵਲ ਦਾ ਇਹ ਬਣਾਇਆ ਜਾ ਰਿਹਾ। ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਜਿੰਨਾ ਵਪਾਰੀ ਹੈ, ਚਾਹੇ ਹਿੰਦੂ ਹੈ ਚਾਹੇ ਸਿੱਖ ਹੈ, ਉਹਦੇ ਕੋਲ ਗਾਹਕ ਵੀ ਹਿੰਦੂ ਜਾਂ ਸਿੱਖ ਹੈ। ਇਹ ਤਾਂ ਹੈ ਨਹੀਂ ਵੀ ਸਿੱਖਾਂ ਦੀਆਂ ਦੁਕਾਨਾਂ 'ਤੇ ਸਿੱਖ ਜਾਂਦੇ ਨੇ, ਹਿੰਦੂਆਂ ਦੀਆਂ ਦੁਕਾਨਾਂ 'ਤੇ ਹਿੰਦੂ ਜਾਂਦੇ ਨੇ। ਸੋ ਇਸ ਕਰਕੇ ਪੰਜਾਬ ਦੇ ਵਿੱਚ ਇਹੋ ਜਿਹੀ ਵੰਡ ਹੈ ਨਹੀਂ, ਕਿਉਂਕਿ ਆਰਥਿਕ ਸਾਂਝ ਬੜੀ ਆ। ਇੱਕ ਨੇ ਪੈਦਾ ਕਰਨਾ, ਦੂਜੇ ਨੇ ਵੇਚਣਾ, ਅਤੇ ਇਸ ਕਰਕੇ ਇਹਦੇ ਵਿੱਚੋਂ ਇੱਕ ਤਾਂ ਇਹ। ਦੂਜਾ ਮੈਂ ਦੇਖਿਆ ਜੋ 84 ਹੋਇਆ ਉਦੋਂ ਵੱਡਾ ਰੋਹ ਸਿੱਖਾਂ 'ਚ ਕਦੀ ਵੀ ਨਹੀਂ ਹੋ ਸਕਦਾ। ਜੇ ਉਦੋਂ ਸਿੱਖ ਹਿੰਦੂਆਂ ਦੇ ਖਿਲਾਫ ਹੁੰਦੇ ਤੇ ਫਿਰ ਹਿੰਦੂ ਇੱਥੇ ਇੱਕ ਵੀ ਨਹੀਂ ਲੱਭਣਾ ਸੀ। ਇਹਦਾ ਮਤਲਬ ਸਿੱਖਾਂ 'ਚ ਹਿੰਦੂਆਂ 'ਚ ਨਹੀਂ ਸੀ ਪਾਲਾ। ਜੇ ਇਹੋ ਜਿਹਾ ਪਾਲਾ ਹੁੰਦਾ ਤੇ ਫਿਰ ਉਦੋਂ ਤਾਂ ਬੜੀ ਪ੍ਰੋਵੋਕੇਸ਼ਨ ਵੀ ਬੜੀ ਵੱਡੀ ਸੀ। ਦਰਬਾਰ ਸਾਹਿਬ ਦਾ, ਅਕਾਲ ਤਖਤ ਦਾ ਜੋ ਹੋ ਜਾਣਾ, ਇਹ ਕੋਈ ਛੋਟੀ ਗੱਲ ਨਹੀਂ ਸੀ, ਅਤੇ ਉਦੋਂ ਨਹੀਂ ਬਚਦੇ ਸੀ ਫਿਰ। ਸੋ ਇਹਦਾ ਮਤਲਬ ਇਹ ਹੈ ਵੀ ਹਿੰਦੂ ਸਿੱਖ ਜਿਹੜੇ ਨੇ, ਨਾ ਕੋਈ ਹਿੰਦੂ ਨੂੰ ਨਾ ਮੁਸਲਮਾਨ, ਜਿਵੇਂ ਕਿਹਾ ਸੀ, ਅਤੇ ਬਾਬਾ ਹੁੰਦਾ ਹੁਣ ਕਹਿੰਦਾ ਨਾ ਕੋਈ ਸਿੱਖ।
ਸੋ ਇਹ ਜਿਹੇ ਜਿਹੇ ਸਿੱਕੇ ਬਣਾਉਣਾ ਚਾਹੁੰਦੇ ਨੇ ਇਨਸਾਨੀਅਤ। ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡਾ ਇਨਸਾਨੀਅਤ ਦਾ, ਸਾਂਝੀਵਾਲਤਾ ਦਾ, ਮਨੁੱਖ ਨੂੰ ਮੁੱਖ ਸਮਝਣਾ, ਬੋਲੀ ਦੇ ਆਧਾਰ ਤੇ, ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ, ਨਸਲ ਦੇ ਆਧਾਰ ਤੇ, ਰੰਗ ਦੇ ਆਧਾਰ ਤੇ ਵਿਤਕਰਾ ਨਾ ਕਰਨ ਵਾਲਾ, ਔਰਤ ਮਰਦ ਦੇ ਨਾਂ ਤੇ ਵਿਤਕਰਾ ਨਾ ਕਰਨ ਵਾਲਾ। ਸਿਰਫ ਵਿਤਕਰਾ ਕੀ ਕਰਦਾ ਹੈ? ਗੁਰੂ ਗ੍ਰੰਥ ਸਾਹਿਬ ਵਿਤਕਰਾ ਕਰਦਾ ਕਿਰਤੀ ਤੇ ਲੁੱਟ ਦੇ ਵਿਚਾਲੇ, ਲੁੱਟ ਦੇ ਖਿਲਾਫ ਹੈ। ਇਸੇ ਕਰਕੇ ਕਹਿੰਦਾ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਤੇ ਦੂਜੇ ਪਾਸੇ ਉਹ ਭਾਈ ਲਾਲੋਆਂ ਦੇ ਨਾਲ ਹੈ, ਕਿਰਤ ਕਰੋ ਨਾਮ ਜਪੋ, ਘਾਲ ਖਾਏ ਕਿ ਹੱਥੋਂ ਦੇ ਨਾਨਕ ਰਾਮ ਛਾਏ। ਇਹ ਹੈ ਸਿੱਖੀ। ਇੱਦਾਂ ਹੀ ਹਿੰਦੂਆਂ ਦਾ ਜੇ ਅਸੀਂ ਦੇਖੀਏ, ਇਹ ਕਹਿੰਦੇ ਨੇ ਸਿੱਖਾਂ ਨਾਲ ਤਾਂ ਛੱਡੋ, ਗੁਰਦੁਆਰਿਆਂ ਤੋਂ ਜਾਂਦੀ ਨੇ। ਜਿੰਨੇ ਇੱਥੇ ਹਾਦਰ ਸ਼ੇਖ ਦੇ ਮੇਲੇ ਜਾ ਕੇ ਕਦੇ ਦੇਖ ਲਿਓ, ਕਿੰਨੇ ਸਿੱਖ ਹਿੰਦੂ ਜਾਂਦੇ ਨੇ ਜਾਂ ਸਿੱਖ ਜਾਂਦੇ ਨੇ। ਕਿੰਨੇ ਲੋਕ ਨੇ ਜਿਹੜੇ ਵੀਰਵਾਰ ਨੂੰ ਚਰਾਗੀ ਜਗਾਉਂਦੇ ਨੇ, ਜੋ ਮਹਾਰਾਜ ਜੀ ਨੂੰ ਕਹਿੰਦੇ ਨੇ ਮੁਸਲਮਾਨ, ਤੇ ਉਹ ਹਿੰਦੂ ਜਲਾਉਂਦੇ ਦੇਖੇ ਨੇ। ਅਸੀਂ ਸਾਡੇ ਘਰਾਂ 'ਚ ਜਲਾਉਂਦੇ ਸੀ ਚਰਾਗੀ। ਸੋ ਇਹੋ ਜਿਹਾ ਕੋਈ ਹੈ ਨਹੀਂ। ਇਹ ਇਸ਼ੂ ਕੀ ਬਣਾਇਆ ਜਾ ਰਿਹਾ? ਜਦ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਕਿਸਾਨੀ ਅੰਦੋਲਨ ਸਾਰੇ ਇਕੱਠੇ ਹੋ ਗਏ, ਹਿੰਦੂ ਵੀ, ਸਿੱਖ ਵੀ, ਦਲਿਤ ਵੀ, ਮੁਸਲਮਾਨ ਵੀ, ਤੇ ਫਿਰ ਉਹਦੇ ਵਿੱਚ ਈਸਾਈ ਵੀ, ਉਹਦੇ ਵਿੱਚ ਖੇਤੀ ਕਰਨ ਵਾਲੇ ਵੀ, ਵਪਾਰੀ ਵੀ, ਦਿਹਾੜੀ ਵਾਲੇ ਵੀ, ਮਜ਼ਦੂਰ ਵੀ, ਪੜ੍ਹੇ ਲਿਖੇ ਵੀ, ਦੁਕਾਨਦਾਰ ਵੀ, ਇਹ ਸਾਰੇ ਆੜ੍ਹਤੀਏ ਵੀ ਇਕੱਠੇ ਹੋ ਗਏ। ਇਹ ਇਕੱਠੇ ਹੋ ਕੇ ਜਿਹੜਾ ਸਭ ਤੋਂ ਵੱਡਾ ਹੁਕਮਰਾਨ ਸੀ ਦੇਸ਼ ਦਾ, ਜਿਹੜਾ ਕਹਿੰਦਾ ਸੀ ਇਹਦੀ ਕਹੀ ਤਾਂ ਮੁੜਦੀ ਨਹੀਂ, ਉਹ ਮੋੜਤੀ। ਉਹ ਮੋੜੀ ਕਿਸ ਚੀਜ਼ ਨੇ? ਉਹ ਮੋੜੀ ਏਕਤਾ ਨੇ। ਉਸ ਏਕਤਾ ਦੇ ਵਿੱਚ ਕੀ ਸੀ? ਜਿਨ੍ਹਾਂ ਸਟੇਜਾਂ ਦੇ ਉੱਤੇ ਕਦੇ ਇਨਕਲਾਬ ਜਿੰਦਾਬਾਦ ਦਾ ਨਾਰਾ ਨਹੀਂ ਲੱਗਦਾ ਸੀ, ਉੱਥੇ ਇਨਕਲਾਬ ਜਿੰਦਾਬਾਦ ਦੇ ਨਾਰੇ ਲੱਗਣ ਲੱਗੇ। ਜਿੱਥੇ ਬੁੱਢੇ ਸੋ ਨਿਹਾਲ ਦਾ ਨਾਰਾ ਨਹੀਂ ਲੱਗਦਾ ਸੀ, ਉੱਥੇ ਉਹ ਵੀ ਲੱਗਣ ਲੱਗ ਗਏ। ਇਕੱਠੇ ਹੋ ਗਏ, ਆਰਤੀ ਵੀ ਹੋ ਰਹੀ ਹੈ, ਅਰਦਾਸ ਵੀ ਹੋ ਰਹੀ ਹੈ, ਤੇ ਉਹ ਕੁਰਾਨ ਦੇ ਵੀ ਆਇਤਾਂ ਪੜ੍ਹੀਆਂ ਜਾ ਰਹੀਆਂ ਨੇ। ਸੋ ਬਹੁਤ ਕੁਛ ਹੋ ਰਿਹਾ ਸੀ। ਉਹ ਤੋਂ ਹਿੱਲ ਗਿਆ ਵੀ ਜੇ ਐਂ ਇਕੱਠੇ ਹੋ ਗਏ, ਜਿਹੜਾ ਮੈਂ ਅੰਬਾਨੀ ਅਡਾਨੀ ਨੂੰ ਵੇਚਣਾ ਹੈ, ਇਹ ਤਾਂ ਕੰਮ ਖਰਾਬ ਹੋ ਜੂ। ਮੁਲਕ ਨੂੰ ਤਾਂ ਵੇਚਣਾ ਸਾਰੇ ਨੂੰ, ਤਾਕਤ ਆਪਦੇ ਕੋਲ ਇਕੱਠੀ ਕਰਨੀ ਹੈ। ਜਦ ਤਾਕਤ ਇਕੱਠੀ ਕਰਨੀ ਹੈ ਤਾਂ ਲੋਕ ਜਿਹੜੇ ਨੇ ਉਹ ਬੇਰੁਜ਼ਗਾਰ ਹੋਣਗੇ, ਲੋਕਾਂ 'ਚ ਬੇਚੈਨੀ ਪੈਦਾ ਹੋਊ, ਦੁਕਾਨਦਾਰਾਂ ਦੀਆਂ ਦੁਕਾਨਾਂ ਜਾਣਗੀਆਂ ਕਿਉਂਕਿ ਉਹਨਾਂ ਦੇ ਮਾਲ ਖੁੱਲ੍ਹ ਜਾਣੇ ਨੇ, ਕਿਸਾਨਾਂ ਦੀਆਂ ਜ਼ਮੀਨਾਂ ਜਾਣਗੀਆਂ, ਵਪਾਰੀਆਂ ਦਾ ਵਪਾਰ ਜੋ ਕਿਉਂਕਿ ਸਾਰਾ ਖਰੀਦਣਾ ਹੀ ਉਹਨਾਂ ਨੇ ਹੈ। ਸੋ ਫੈਕਟਰੀਆਂ ਵਾਲਿਆਂ ਦੀਆਂ ਫੈਕਟਰੀਆਂ ਜਾਣਗੀਆਂ ਕਿਉਂਕਿ ਵੱਡੇ ਉਹਨਾਂ ਨੇ ਲਾ ਲੈਣੀਆਂ ਨੇ ਫੈਕਟਰੀਆਂ ਆਪਦੀਆਂ। ਬਨੌਟੀ ਬੌਧਿਕਤਾ ਦਾ ਅਸੀਂ ਕੰਮ ਕਰਨਾ ਹੈ, ਤਾਂ ਉਹਨਾਂ ਨੂੰ ਜਦ ਇਹ ਬੇਰੁਜ਼ਗਾਰੀ ਪੈਦਾ ਹੋਊਗੀ, ਆਰਥਿਕ ਸੰਕਟ ਪੈਦਾ ਹੋਊ, ਗਰੀਬੀ ਪੈਦਾ ਹੋਊਗੀ, ਉਹ ਲੜਨਗੇ, ਉਹ ਸਰਕਾਰ ਦੇ ਖਿਲਾਫ ਲੜਨਗੇ। ਉਹ ਕਹਿੰਦੇ ਸਰਕਾਰ ਦੇ ਖਿਲਾਫ ਨਾ ਲੜੋ, ਆਪਸ ਵਿੱਚ ਲੜੋ। ਇਹ ਆਪਸ ਦੇ ਪਟਿਆਲੇ ਵਾਲੀ ਘਟਨਾ ਦੇ ਵਿੱਚੋਂ ਇਹੀ ਚੀਜ਼ ਲੜਾਈ ਦਾ ਹਿੱਸਾ, ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਸਿੱਧੇ ਤੌਰ ਤੇ ਨਜ਼ਰ ਆ ਰਹੀ। ਗਰਗ ਸਾਹਿਬ, ਇਹ ਵੀ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪਹਿਲਾਂ ਹੀ ਇੱਕ ਦੂਜੇ ਨੂੰ ਧਮਕੀਆਂ ਸ਼ੁਰੂ ਹੋ ਗਈਆਂ ਸੀ ਕਿ ਤੁਸੀਂ ਜੇ ਖਾਲਿਸਤਾਨ ਦੇ ਖਿਲਾਫ ਇਦਾਂ ਦਾ ਕੁਝ ਪ੍ਰਦਰਸ਼ਨ ਕੀਤਾ, ਅਸੀਂ ਵਿਰੋਧ ਕਰਾਂਗੇ। ਫਿਰ ਉਸ ਥਾਂ ਦੇ ਵਿੱਚ ਜੇ ਇਦਾਂ ਦੇ ਹਾਲਾਤ ਬਣ ਗਏ, ਪੁਲਿਸ ਪ੍ਰਸ਼ਾਸਨ ਨੇ ਪਰਮਿਸ਼ਨ ਵੀ ਦੇ ਦਿੱਤੀ। ਲੱਗਦਾ ਕਿ ਪ੍ਰਸ਼ਾਸਨਿਕ ਤੌਰ ਤੇ ਵੀ ਸਿੱਧੇ ਤੌਰ ਤੇ ਖਾਮੀ ਦੇਖਣ ਨੂੰ ਮਿਲੀ ਹੈ ਇਸ ਵੇਲੇ? ਮੈਂ ਇਸ ਗੱਲ ਤੇ ਆਉਣਾ ਪਹਿਲਾਂ ਇੱਕ ਗੱਲ ਸਾਨੂੰ ਇਹ ਸਮਝ ਲਈਏ ਵੀ ਖਾਲਿਸਤਾਨ ਦੇ ਬਾਰੇ ਜਲੂਸ ਕੱਢਣ ਦੀ ਗੱਲ ਕਹੀ ਕੀ ਨੇ? ਕਹੀ ਪੰਨੂ ਨੇ, ਜਿਹੜਾ ਕਹਿੰਦਾ ਮੈਂ 2020 ਕਰਨਾ ਸੀ। 2020 ਦਾ ਜੋ ਜਲੂਸ ਨਿਕਲਿਆ ਆਪਾਂ ਨੂੰ ਪਤਾ ਹੀ ਹੈ, ਜਿਹੋ ਜਿਹਾ ਕੁਝ ਹੋਇਆ। ਫਿਰ ਜਿਹਨੇ ਕਰਿਆ ਇਹ, ਉਹ ਕੌਣ ਆ? ਟਕਸਾਲ ਵਾਲੇ। ਉਹ ਟਕਸਾਲ ਧੁੰਮਾਂ ਬਾਰੇ ਸਭ ਨੂੰ ਪਤਾ ਹੀ ਕੌਣ ਸੀ, ਕਿਹਦੇ ਨਾਲ ਜੁੜਿਆ ਹੋਇਆ ਸੀ। ਸੋ ਟਕਸਾਲ ਦਾ ਕਿੰਨਾ ਕੁ ਲੋਕਾਂ 'ਚ ਪ੍ਰਭਾਵ ਹੈ ਵੀ ਸਾਨੂੰ ਪਤਾ ਹੀ ਆ। ਸੋ ਜਿਨ੍ਹਾਂ ਨੇ ਕਰਿਆ, ਉੱਧਰੋਂ ਜਿਹੜੀ ਸੁਰੱਖਿਆ ਸੰਮਤੀ ਕਹਿੰਦਾ ਆਪਦੇ ਆਪ ਨੂੰ ਹਿੰਦੂ ਸੈਨਾ, ਉਹਦਾ ਵੀ ਸਾਨੂੰ ਪਤਾ ਹੀ ਹੈ। ਉਹਨਾਂ ਨੇ ਹਿੰਦੂਆਂ ਨੇ ਉਹਨੂੰ ਬਾਹਰ ਕੱਢਦਾ ਵੀ ਇਹ ਤਾਂ ਹੈ ਹੀ ਨਹੀਂ ਸਾਡਾ। ਸੋ ਇਹ ਇੱਕ ਸੋਚੀ ਸਮਝੀ ਚਾਲ ਸਰਕਾਰ ਦੀ ਸੀ। ਪਹਿਲੀ ਗੱਲ ਕੇਂਦਰ ਸਰਕਾਰ ਦੀ ਸੀ। ਉਹਨੇ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਬੇਅਦਬੀ ਕਰਾ ਕੇ ਬੰਦਾ ਕਤਲ ਕਰਵਾਇਆ। ਇਹ ਮੈਂ ਹੁਣ ਕਹਿਣ ਨੂੰ ਤਿਆਰ ਹਾਂ, ਉਦੋਂ ਵੀ ਕਹਿੰਦਾ ਸੀ। ਕਪੂਰਥਲੇ 'ਚ ਘਟਨਾ ਤਾਂ ਸਭ ਨੂੰ ਪਤਾ ਸੀ, ਉਹ ਤਾਂ ਹੈ ਹੀ ਮੰਦਬੁੱਧੀ ਸੀ। ਫਿਰ ਇਹਨਾਂ ਨੇ ਹੋਰ ਤਰ੍ਹਾਂ ਦਾ ਇੱਥੇ ਗੁੱਜਰਾਂ ਦਾ ਤੇ ਸਿੱਖਾਂ ਦਾ ਝਗੜਾ ਕਰਵਾਇਆ। ਫਿਰ ਇਹਨਾਂ ਨੇ ਚੰਡੀਗੜ੍ਹ ਦਾ ਰੌਲਾ ਪਾਉਣ ਦੀ ਕੋਸ਼ਿਸ਼ ਕਰੀ। ਕਦੇ ਇਹ ਰਾਜਸਥਾਨ ਦੀ ਨਹਿਰ ਹੁਣੀ ਮਾੜੀ ਮੋਟੀ ਰਿਪੇਅਰ ਸ਼ੁਰੂ ਹੋਈ ਸੀ, ਉਹਦੇ 'ਤੇ ਰੌਲਾ ਪਾਉਣ ਦੀ ਸ਼ੁਰੂ ਕਰੀ। ਅੱਜ ਮੀਡੀਆ ਨੂੰ, ਇਹ ਸੋਸ਼ਲ ਮੀਡੀਆ ਨੂੰ, ਜਿੱਥੇ ਸਾਨੂੰ ਬੋਲਣ ਦੀ ਆਜ਼ਾਦੀ ਹੈ, ਉੱਥੇ ਝੂਠੀ ਇਨਫੋਰਮੇਸ਼ਨ ਦੇਣ ਦਾ ਸਾਧਨ ਵੀ ਵਰਤਿਆ ਜਾ ਰਿਹਾ ਹੈ। ਉੱਥੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਵੀ ਵਰਤਿਆ ਜਾ ਰਿਹਾ ਹੈ। ਉੱਥੇ ਲੋਕਾਂ ਦੇ ਵਿੱਚ ਪਾੜਾ ਪਾਉਣ ਦਾ ਵੀ, ਇਹ ਪਾੜਾ ਪਾਉਣ ਦੀ ਗੱਲ ਸੀ। ਉਹਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ, ਜਿਹੜੀ ਬਿਊਰੋਕ੍ਰੇਸੀ ਹੈ, ਉਹ ਭਰਤੀ ਤਾਂ ਕੇਂਦਰ ਕਰਦਾ ਹੈ। ਇੱਥੇ ਤਾਂ ਅਲਾਟਡ ਹੈ, ਉਹਦੀ ਸਾਰੀ ਜਾਨ ਉਹਦੇ ਹੱਥ 'ਚ ਹੈ। ਕਿਸੇ IPS ਅਫਸਰ ਨੂੰ, ਕਿਸੇ IAS ਅਫਸਰ ਨੂੰ ਇੱਥੋਂ ਸਰਕਾਰ ਸਸਪੈਂਡ ਤਾਂ ਕਰ ਸਕਦੀ, ਇੱਥੋਂ ਨੌਕਰੀ 'ਚੋਂ ਨਹੀਂ ਕੱਢ ਸਕਦੀ। ਨੌਕਰੀ 'ਚੋਂ ਉਹ ਕੱਢਣਗੇ, ਹੋਮ ਮਿਨਿਸਟਰੀ ਕੋਲ ਹੈ ਸਾਰਾ ਕੁਛ। ਸੋ ਇਸ ਕਰਕੇ ਬਹੁਤ ਸਾਰੇ ਲੋਕ ਇੱਕ ਤਾਂ ਤਸਵੀ ਵੀ ਹੋ ਸਕਦੇ ਨੇ, ਕਿਉਂਕਿ ਪੜ੍ਹੇ ਲਿਖੇ ਜ਼ਿਆਦਾ ਤਸਵੀ ਨੇ, ਜੋ ਮੇਰਾ ਤਜਰਬਾ ਹੈ। ਅਨਪੜ੍ਹ ਲੋਕ ਉਹਨੇ ਤਸਵੀ ਨਹੀਂ ਹੈਗੇ, ਉਹਨੇ ਫਿਰਕਾ ਪ੍ਰਸਤ ਨਹੀਂ ਹੈਗੇ, ਜਿੰਨੇ ਪੜ੍ਹੇ ਲਿਖੇ ਨੇ। ਪੜ੍ਹੇ ਲਿਖਿਆਂ ਨੂੰ ਕਿਉਂਕਿ ਜੋ ਬੈਨੀਫਿਟ ਮਿਲਦਾ, ਉਹ ਕੋਈ ਰਿਜ਼ਰਵੇਸ਼ਨ ਦੇ ਨਾਂ 'ਤੇ, ਕੋਈ ਜਾਤ ਪਾਤ ਦੇ ਨਾਂ 'ਤੇ, ਕੋਈ ਧਰਮ ਦੇ ਨਾਂ 'ਤੇ ਆਪਦਾ ਲਾਭ ਉਠਾਉਂਦੇ ਨੇ।
ਵੀ ਇੱਥੇ ਕੁਰਸੀ ਕਾਇਮ ਕਰ ਦਿਓ, ਇਹਨੂੰ ਵਾਈਸ ਚਾਂਸਲਰ ਲਾ ਦਿਓ, ਇਹ ਸਿੱਖਾਂ ਦੀ ਯੂਨੀਵਰਸਿਟੀ ਆ, ਇਹ ਹਿੰਦੂਆਂ ਦਾ ਹੈ, ਇੱਥੇ ਹਿੰਦੂਆਂ ਨੂੰ ਕਿਸੇ ਨੇ ਨਹੀਂ ਪੁੱਛਿਆ, ਇੱਥੇ ਦਲਿਤਾਂ ਨੂੰ ਕਿਸੇ ਨੇ ਨਹੀਂ ਪੁੱਛਿਆ। ਇਹੋ ਜਿਹੇ ਪੜ੍ਹੇ ਲਿਖੇ ਹੀ ਗੇਨ ਕਰਦੇ ਨੇ। ਅੱਜ ਉਹ ਸਮਾਜ ਨੂੰ ਵੰਡਣ ਤੇ ਲੱਗੇ ਹੋਏ ਨੇ, ਔਰ ਉਹ ਸਾਰੇ ਪੜ੍ਹੇ ਲਿਖੇ ਜੇ ਤੁਸੀਂ ਦੇਖੋਗੇ ਮੈਜੋਰਟੀ ਉਹ ਬੀਜੇਪੀ 'ਚ ਜਾ ਰਹੇ ਨੇ, ਆਪਦੀਆਂ ਵੱਖਰੀਆਂ ਜਥੇਬੰਦੀਆਂ ਕਰਕੇ ਵੀ ਮੁੜ ਕੇ ਸਾਰੇ ਰਿਟਾਇਰ ਹੋ ਕੇ। ਕਿੰਨੇ ਦਲਿਤ IAS ਨੇ ਜਿਹੜੇ ਬੀਜੇਪੀ 'ਚ ਗਏ ਨੇ, ਕਿੰਨੇ ਸਿੱਖ IAS ਨੇ ਜਿਹੜੇ ਬੀਜੇਪੀ 'ਚ ਗਏ ਨੇ ਜਾਂ ਸਿੱਖ ਨੇ, ਕਿੰਨੇ ਹਿੰਦੂ ਨੇ। ਸੋ ਇਸ ਕਰਕੇ ਇਹ ਗੱਲ ਸਮਝਣਾ ਜ਼ਰੂਰੀ ਹੈ ਕਿ ਉਹ ਸਰਵਿਸ ਵੇਲੇ ਵੀ ਆਪਦੇ ਦਕੀਰ ਨੂੰ ਸਿੱਖਿਆ ਨਾਲ ਲੈਸ ਹੁੰਦੇ ਨੇ। ਜਿਵੇਂ ਇੱਕ ਜੱਜ ਨੇ ਕਹਤਾ ਸੀ, ਸੁਪਰੀਮ ਕੋਰਟ ਦੇ ਜੱਜ ਸਾਹਿਬ ਕਹਿ ਰਹੇ ਨੇ ਕਿ ਮੈਂ ਤਾਂ ਆਪਦੇ ਮਨ ਨਾਲ ਫੈਸਲੇ ਕਰਨਾ, ਆਪਦੇ ਅਕੀਦੇ ਨਾਲ ਕਰਨਾ। ਉਹ ਭਾਈ ਹਿੰਦੁਸਤਾਨ 'ਚ ਅਕੀਦੇ ਨਾਲ ਫੈਸਲੇ ਨਹੀਂ ਹੋ ਸਕਦੇ, ਭਾਰਤ ਦੇ ਵਿੱਚ ਫੈਸਲੇ ਹੋਣਗੇ ਸੰਵਿਧਾਨ ਦੇ ਮੁਤਾਬਕ। ਤੇ ਜਿਹੜਾ ਅਕੀਦੇ ਦੇ ਮੁਤਾਬਕ ਸੁਪਰੀਮ ਕੋਰਟ 'ਚ ਜੱਜ ਸਾਹਿਬ ਬੈਠ ਕੇ ਫੈਸਲੇ ਕਰਦੇ ਨੇ, ਫਿਰ ਤਾਂ ਨਜਾਇਜ਼ ਹੀ ਕਰਨਗੇ। ਉਹ ਤਾਂ ਮੋਦੀ ਸਾਹਿਬ ਨੂੰ ਬੜਾ ਵੱਡਾ ਸਮਝਦੇ ਨੇ। ਹੁਣ ਇੱਕ ਮਿੰਟ ਤੁਹਾਡੀ ਗੱਲ ਧਿਆਨ। ਸੋ ਇਹ ਜਿਹੜੇ ਅਧਿਕਾਰੀਆਂ ਨੇ ਕਰਿਆ, ਇਹਨਾਂ ਸਜ਼ਾ ਮਿਲਣੀ ਚਾਹੀਦੀ ਸੀ। ਇਹਨਾਂ ਅਧਿਕਾਰੀਆਂ ਨੇ ਜਿਵੇਂ ਤੁਸੀਂ ਦੱਸਿਆ ਪਹਿਲਾਂ ਸਾਰਾ ਐਲਾਨ ਹੋ ਗਏ ਤੇ ਉਹਦੀ ਪੇਸ਼ਬੰਦੀਆਂ ਕਰਨੀਆਂ ਸੀ। ਮੈਨੂੰ ਤਾਂ ਲੱਗਦਾ ਬਲਕਿ ਜਾਣਬੁੱਝ ਕੇ ਨਹੀਂ ਕਰੀਆਂ, ਪਰਮਿਸ਼ਨ ਜਾਣਬੁੱਝ ਕੇ ਦਿੱਤੀ ਗਈ ਹੈ ਤਾਂ ਕਿ ਝਗੜਾ ਹੋਵੇ। ਜੇ ਪਹਿਲਾਂ ਹੀ ਪੇਸ਼ਬੰਦੀਆਂ ਕਰਨੀਆਂ ਫਿਰ ਤਾਂ ਮਕਸਦ ਦਾ ਪੂਰਾ ਨਾ ਹੋਇਆ। ਉਹ ਮਕਸਦ ਪੂਰਾ ਕਰਨ ਵਾਸਤੇ ਦਿੱਤੀ ਗਈ ਹੈ। ਬੜੀ ਚਿੰਤਾ ਦੀ ਗੱਲ ਹੈ ਕਿ ਸਿਸਟਮ ਨੂੰ ਸੰਭਾਲਿਆ ਜਾ ਸਕਦਾ ਸੀ, ਇਦਾਂ ਦੇ ਹਾਲਾਤ ਨਹੀਂ ਬਣਨੇ ਸੀ। ਜੇ ਕਿਸੇ ਦੀ ਜਾਨ ਚਲੇ ਜਾਂਦੀ ਤਾਂ ਪਰਿਵਾਰ ਨੂੰ ਹੀ ਨੁਕਸਾਨ ਝੱਲਣਾ ਪੈਂਦਾ, ਬਾਕੀ ਨੇ ਤਾਂ ਕਿਸੇ ਨੇ ਕੀ ਕਰਨਾ ਸੀ। ਸਰ ਜਿਸ ਤਰੀਕੇ ਨਾਲ ਉਸ ਤੋਂ ਬਾਅਦ ਸਿਆਸੀ ਤੌਰ ਤੇ ਬਿਆਨਬਾਜ਼ੀਆਂ ਤੇ ਦੂਸ਼ਣਬਾਜ਼ੀਆਂ ਸ਼ੁਰੂ ਹੋ ਗਈਆਂ, ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਕਿ ਇੱਥੇ ਦਾ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ, ਪਸਤ ਹੋ ਚੁੱਕਾ। ਜਿਹੋ ਜਿਹੇ ਹਾਲਾਤ ਭਾਜਪਾ ਕਹਿੰਦੀ ਕਿ ਦਿੱਲੀ ਦੇ ਵਿੱਚ ਆ, ਉੱਥੇ ਅਟੈਕ ਹੋ ਰਿਹਾ, ਉਹੀ ਪੰਜਾਬ ਦੇ ਵਿੱਚ ਬਣ ਰਹੇ ਨੇ। ਤਾਂ ਭਾਜਪਾ ਇਸ ਤਰੀਕੇ ਨਾਲ ਘੇਰ ਰਹੀ ਹੈ ਤੇ ਬਾਕੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਵੀ ਇਦਾਂ ਹੀ। ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਇਹ ਰਿਐਕਸ਼ਨ ਦੇ ਰਹੀ ਹੈ ਕਿ ਇਹ ਅਕਾਲੀ ਦਲ ਤੇ ਕੁਝ ਜਿਹੜੇ ਸ਼ਿਵ ਸੈਨਾ ਦੇ ਆਗੂ ਆ ਉਹਨਾਂ ਦੀ ਲੜਾਈ ਸੀ, ਜਾਂ ਇਹਨੂੰ ਜਾਣਬੁੱਝ ਕੇ ਧਰਮਾਂ ਦੀ ਜਾਂ ਫਿਰਕੂ ਪ੍ਰਸਤ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰੀਆਂ ਸਿਆਸੀ ਧਿਰਾਂ ਗਲਤ ਨੇ ਇਸ ਮਾਮਲੇ 'ਚ। ਜਿਹੜੇ ਤਾਂ ਹੈਗੇ ਨੇ ਅਕਾਲੀ, BJP, ਕਾਂਗਰਸੀ, ਉਹ ਤਾਂ ਹਾਰ ਬਰਦਾਸ਼ਤ ਨਹੀਂ ਕਰ ਰਹੇ। 30 ਸਾਲ ਤਾਂ ਉਹਨਾਂ ਨੇ ਰਾਜ ਕਰਿਆ, ਉਹਨਾਂ ਦੇ ਰਾਜ ਦੇ ਵਿੱਚ ਹੀ ਕਤਲੇਆਮ ਹੋਏ ਨੇ। ਕਾਂਗਰਸੀਆਂ ਦੇ ਰਾਜ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਕਤਲ ਹੋਇਆ ਸੀ, ਕਪੂਰਥਲੇ 'ਚ ਕਤਲ ਹੋਇਆ ਸੀ। ਉਦੋਂ ਤਾਂ ਆਪ ਦਾ ਰਾਜ ਨਹੀਂ ਸੀ, ਬੇਅਦਬੀ ਦੇ ਉੱਤੇ। ਫਿਰ ਇਹਨਾਂ ਨੇ ਕੀ ਕਰਿਆ ਉਦੋਂ, ਇਹ ਦੱਸ ਦੇਣ। ਇਹਨਾਂ ਨੇ ਉਹਨੂੰ ਪੇਸ਼ਬੰਦੀ ਕਿਵੇਂ ਕਰੀ? ਦੀਨਾਨਗਰ ਥਾਣੇ 'ਤੇ ਹਮਲਾ ਹੋਇਆ ਵਿਦੇਸ਼ੀਆਂ ਦਾ, ਉਹ ਕਿਹਨਾਂ ਨੇ ਕਰਿਆ ਸੀ? ਇਹਨਾਂ ਦਾ ਰਾਜ ਸੀ। ਉਦੋਂ ਅਕਾਲੀਆਂ ਦਾ ਰਾਜ ਸੀ। ਅਕਾਲੀ BJP ਸੀਗੇ। BJP ਤਾਂ ਕਹਿੰਦੇ ਅਸੀਂ ਤਾਂ ਧਰਮ ਵਾਸਤੇ ਆ ਵੀ ਕਰਾਂਗੇ। ਫਿਰ ਹੋਇਆ ਕਿਉਂ ਨਾ? ਪਠਾਨਕੋਟ ਦੀ ਛਾਉਣੀ 'ਤੇ ਹਮਲਾ ਹੋਇਆ। ਸੋ ਇਸ ਕਰਕੇ ਇਹ ਤਰਨਤਾਰਨ ਦੇ ਵਿੱਚ ਧਾਰਮਿਕ ਸਮਾਗਮ 'ਤੇ ਹਮਲਾ ਹੋਇਆ, ਉਦੋਂ ਕਾਂਗਰਸ ਦਾ ਰਾਜ ਸੀ। ਸੋ ਇਸ ਕਰਕੇ ਇਹ ਕਹਿਣਾ ਕਿ ਵੀ ਇਹ ਕਾਂਗਰਸ ਵੀ ਤੁਸੀਂ ਰੋਕ ਨਹੀਂ ਸਕੇ, ਫਲਾਣਾ ਨਹੀਂ ਕਰ ਸਕੇ, ਇਹ ਸਿਰਫ ਡਰਾਮੇਬਾਜ਼ੀ ਹੈ। ਇਹ ਖੁਦ ਲੋਕਾਂ ਨੂੰ ਵੰਡ ਕੇ ਰਾਜ ਕਰਦੇ ਨੇ। ਇਹਨਾਂ ਦਾ ਪੁਰਾਣਾ ਪ੍ਰਧਾਨ ਨੇ ਕਿਹਾ ਮੈਨੂੰ CM ਤਾਂ ਨਹੀਂ ਬਣਾਇਆ ਗਿਆ ਕਿ ਮੈਂ ਹਿੰਦੂ ਸੀ। ਕੋਈ ਦੱਸੇ ਵੀ ਉਹਨੂੰ ਹਿੰਦੂ ਕਰਕੇ ਨਹੀਂ ਬਣਾਇਆ ਗਿਆ ਸੀ, ਇੱਕ ਚਾਲ ਸੀ। ਫਿਰ ਇਹਨਾਂ ਨੇ ਚੰਨੀ ਸਾਹਿਬ ਨੂੰ CM ਬਣਾਇਆ ਕਹਿੰਦਾ ਇੱਕ ਕਾਰਡ ਖੇਲਿਆ ਕਿ ਅਸੀਂ ਦਲਿਤ ਨੂੰ ਬਣਾਇਆ ਹੈ। ਉਹ ਕਾਰਡ ਅਕਾਲੀ ਦਲ ਨੇ ਵੀ ਖੇਡਿਆ, ਉਹ ਕਾਰਡ ਆਮ ਆਦਮੀ ਪਾਰਟੀ ਨੇ ਵੀ ਖੇਡਿਆ, ਉਹ BJP ਨੇ ਸਭ ਤੋਂ ਪਹਿਲਾਂ ਖੇਡਿਆ ਅਸੀਂ ਦਲਿਤ ਨੂੰ ਡਿਪਟੀ CM ਬਣਾਵਾਂਗੇ। ਫਿਰ ਉਹਨਾਂ ਨੇ ਕਹਿਤਾ ਆਪ ਵਾਲਿਆਂ ਨੇ, ਫਿਰ ਅਕਾਲੀਆਂ ਨੇ ਵੀ ਕਹਿਤਾ, ਫਿਰ ਕਾਂਗਰਸੀਆਂ ਨੇ ਕਹਿੰਦੇ ਅਸੀਂ ਤੁਸੀਂ ਡਿਪਟੀ ਕਹਿੰਦੇ ਹੋ, ਅਸੀਂ CM ਬਣਾਤਾ। ਸੋ ਇਹ ਕਾਰਡ ਖੇਡਿਆ ਸੀ। ਇਹ ਸਾਰੀ ਕਾਰਡ ਖੇਡਦੇ ਨੇ। ਇਹ ਦੂਜੇ ਨੂੰ ਕੀ ਦੋਸ਼ ਦੇਣਗੇ? ਇਸ ਮਾਮਲੇ 'ਚ ਸਾਰੇ ਇੱਕੋ ਜਿਹੇ ਨੇ। ਦੂਜੀ ਗੱਲ ਜਿੱਥੇ ਸਵਾਲ ਹੈ ਹਾਰ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਕਿਉਂਕਿ ਰਾਜੀ ਕਰਨਾ ਜਾਣਦੇ ਨੇ। ਇਹਨਾਂ ਦਾ ਲੋਕਾਂ 'ਚ ਪ੍ਰਭਾਵ ਕਿਹੜਾ ਬੰਦਾ ਹੈ, ਕਿਹੜੀ ਪਾਰਟੀ ਹੈ ਜਿਹਨੇ ਅੱਜ ਤੱਕ ਲੋਕਾਂ ਦੀਆਂ ਕਾਨਫਰੰਸਾਂ ਕਰੀਆਂ ਹੋਣ? ਇਹ ਤਾਂ ਆਪਦੇ ਕੈਡਰ ਨੂੰ ਨਹੀਂ ਇਕੱਠਾ ਕਰ ਸਕਦੇ। ਉੱਥੇ ਅੱਡੋ ਅੱਡੀ ਵੰਡੇ ਪਏ ਨੇ। ਇੱਥੇ ਕਾਂਗਰਸੀ ਬੋਲਦੇ ਨੇ ਜਿਹਦੇ ਰਾਜਾ ਵੜਿੰਗ ਦੀ ਸੌ-ਕਾਲਡ ਤਾਜਪੋਸ਼ੀ ਸੀ। ਹਾਲਾਂਕਿ ਮੈਂ ਨਹੀਂ ਮੰਨਦਾ, ਤਾਜਪੋਸ਼ੀਆਂ ਰਾਜਾ ਵੇਲੇ ਹੁੰਦੀਆਂ ਸੀ, ਉਹਨੂੰ ਕਹੋ ਉਹਦਾ ਸੰਭਾਲਣਾ। ਤੁਸੀਂ ਤਾਜਪੋਸ਼ੀ ਕਹਿੰਦੇ ਹੋ, ਪਹਿਲਾਂ ਹੀ ਤੁਹਾਡਾ ਇਹ ਗਲਤ ਹੈ। ਇਸ ਜਮਹੂਰੀਅਤ ਦੇ ਖਿਲਾਫ ਹੈ ਤਾਜਪੋਸ਼ੀ ਕਹਿਣਾ। ਕਿ ਉਹਦੇ ਕੀ ਹੋਇਆ? ਉਦੋਂ ਇਹਨਾਂ ਦਾ ਕੇਂਦਰ ਦਾ ਪ੍ਰਭਾਵੀ ਵੀ ਹਾਜ਼ਰ ਹੈ, ਔਰ ਉਹ ਪ੍ਰਭਾਵੀ ਦੂਜੇ ਦੀ ਬਾਂਹ ਫੜ ਕੇ ਬਰਿਆ ਕਰ ਰਿਹਾ। ਮੈਂ ਤਾਂ ਕਹਿੰਦਾ ਜਵਾਕਾਂ ਨੂੰ ਨਹੀਂ ਡਰਦੇ। ਇੱਦਾਂ ਦੇਖਿਆ ਸੀ ਲੱਡੂ ਵੰਡਦੇ, ਜਿੱਦਾਂ ਇਹਨਾਂ ਨੇ ਕਰਿਆ ਸਾੜੀ ਖੋਹ ਰਿਹਾ, ਬਾਂਹ ਪਰਾਂ ਕਰ ਰਿਹਾ। ਇਹ ਸਾਨੂੰ ਦੱਸਣਗੇ, ਇਹ ਸਾਨੂੰ ਸਿਖਾਉਣਗੇ। ਇੱਕ ਵਾਰੀ ਮੈਂ ਛੋਟੀ ਜਿਹੀ ਗੱਲ ਵਿੱਚ ਦੀ ਸ਼ਾਮਲ ਕਰਾਂ। ਮੈਂ ਕਿਉਂ ਕਹਿਣਾ, 1985-86 'ਚ ਸਾਡੇ ਅਡਾਕ ਦੇ ਡਾਕਟਰ ਲੱਗੇ ਹੋਏ ਸੀ। ਉਹਨਾਂ ਦੀ ਕਮਿਸ਼ਨ ਇੰਟਰਵਿਊ ਕਰ ਰਿਹਾ ਸੀ। ਅਸੀਂ ਆਖਿਆ ਵੀ ਇਹਨਾਂ ਦੀ ਇੰਟਰਵਿਊ ਕੀ ਕਰਨੀ ਹੈ, ਡਾਕਟਰ ਹੈਗੇ ਨੇ, ਕੁਆਲੀਫਿਕੇਸ਼ਨ ਹੈਗੀ ਹੈ, ਹੋਰ ਕੋਈ ਅਰਜ਼ੀਆਂ ਹੈ ਨਹੀਂ ਤੁਹਾਡੇ ਕੋਲੇ, ਅਤੇ ਇਹਨਾਂ ਨੂੰ ਕਹਿ ਦਿਓ ਵੀ ਚੱਲ ਤੁਸੀਂ ਕੰਮ ਕਰ ਹੀ ਰਹੇ ਹੋ 10 ਸਾਲ ਤੋਂ, ਤੁਹਾਨੂੰ ਰੈਗੂਲਰ ਕਰ ਦਿਆਂ। ਮੈਨੂੰ ਕਹਿੰਦੇ ਨਹੀਂ ਕਮਿਸ਼ਨ ਦਾ ਵੀ ਕੋਈ ਮਤਲਬ ਹੈ। ਉਦੋਂ ਕਮਿਸ਼ਨ ਦੇ ਇੱਕ ਮੈਂਬਰ ਨੇ, ਚੇਅਰਮੈਨ ਜਿਹੜੀ ਲੇਡੀ ਸੀ ਉਹਦਾ ਥੱਪੜ ਮਾਰਿਆ ਸੀ। ਉਹ ਮੈਂ ਕਿਹਾ ਜਿਹੜਾ ਕਮਿਸ਼ਨ ਹੈ ਇੰਨਾ, ਜਿੰਨੀ ਮਰਜ਼ੀ ਕੋਈ ਗੜਬੜ ਹੋ ਜੇ, ਜਿਹੜੇ ਕਮਿਸ਼ਨ ਦਾ ਮੈਂਬਰ ਆਪਦੀ ਲੇਡੀ ਚੇਅਰਮੈਨ ਦੇ ਪਬਲਿਕਲੀ ਥੱਪੜ ਮਾਰ ਸਕਦਾ ਹੈ, ਉਹ ਕਮਿਸ਼ਨ ਸਾਡੀ ਕੀ ਚੋਣ ਕਰੇਗਾ? ਇਹੀ ਮੈਂ ਇਹਨਾਂ ਨੂੰ ਕਹਿਣਾ। ਜਿਹੜੇ ਆਪਦੇ ਪ੍ਰਧਾਨਗੀ ਦਾ ਉਹਦਾ ਸਿਰਫ ਸੰਭਾਲਣ ਵਾਲੇ ਬਣਾ ਤਾਂ ਦਿੱਤਾ ਹੀ ਸੀ, ਰਸਮੀ ਤੌਰ 'ਤੇ ਕੁਰਸੀ 'ਤੇ ਬਿਠਾਉਣ ਵੇਲੇ ਆਹ ਖੋਹ ਖਿੰਝ ਕਰ ਰਹੇ ਨੇ, ਇਹ ਪੰਜਾਬ ਨੂੰ ਕੀ ਗਾਈਡ ਕਰਨਗੇ? ਇੱਦਾਂ ਹੀ ਅਕਾਲੀ ਜਿਨ੍ਹਾਂ ਦਾ ਆਪਸ ਵਿੱਚ ਭੋਰਾ ਨਹੀਂ ਬਣਦੀ, ਰੋਜ਼ ਇਹਨਾਂ ਦੀਆਂ ਲੜਾਈਆਂ ਹੁੰਦੀਆਂ ਨੇ,
ਕਦੇ ਇਹਨਾਂ ਨੇ ਕੋਈ ਆਪਣੇ ਜਿਹੜੇ ਵੱਧ ਅਧਿਕਾਰਾਂ ਦਾ ਮਾਮਲਾ ਸੀ, ਵੱਧ ਛੱਡੋ ਸਹੀ ਅਧਿਕਾਰ ਜਿਹੜੇ ਖੋਲੇ ਉਹਨਾਂ ਦਾ ਵੀ ਮਾਮਲਾ ਸੀ। ਆਨੰਦਪੁਰ ਸਾਹਿਬ ਦਾ ਮਤਾ, ਉਹ ਮਤਾ ਜਿਹੜਾ ਹੈ ਉਹ ਕੋਈ ਅਡੋਕਰ ਮਤਾ ਨਹੀਂ ਹੈ, ਉਹ ਕੈਬਨਿਟ ਮਿਸ਼ਨ ਪਲਾਨ ਪੜ੍ਹ ਲਓ, ਸਾਰਾ ਉਹੀ ਹੈ, ਉਹਦੇ ਵਿੱਚ ਹੀ ਹੈ। ਅਸੀਂ ਕੋਈ ਵੱਖਰੀ ਗੱਲ ਥੋੜ੍ਹਾ ਮੰਗ ਰਹੇ ਸੀ, ਉਹਦੇ ਤੋਂ ਭੱਜ ਗਏ ਹੋਗੇ ਕਿਉਂਕਿ ਵਪਾਰੀ ਨੇ। ਬੀਜੇਪੀ ਨੇ ਤਾਂ ਪੰਜਾਬ ਨਾਲ ਹਮੇਸ਼ਾ ਕਦੇ RSS ਨੇ ਕਦੇ ਪੰਜਾਬ ਦੇ ਹੱਕ ਦੀ ਗੱਲ ਕਰੀ ਹੋਈ ਨਹੀਂ। ਅਕਾਲੀਆਂ ਨਾਲ ਸਾਂਝ ਪਾਈ ਸੀ ਸੀਟਾਂ ਲੈਣ ਵਾਸਤੇ, ਆ ਹੁਣ ਜਿੱਦੇ ਟੁੱਟ ਗਈ ਸੀ ਆ ਹੁਣ ਆਪਾਂ ਨੂੰ ਪਤਾ ਹੀ ਲੱਗ ਗਿਆ। ਪਹਿਲਾਂ ਇਹਨਾਂ ਨੂੰ ਚਰਚਾਵਾਂ ਫੇਰ ਚੱਲ ਪਈਆਂ ਸੀਟਾਂ ਬਾਰੇ, ਪਿੱਛੇ 1% ਵੋਟ ਮਿਲਦੀ ਸੀ, ਅੱਜ ਕਿ 11 ਸੀਟਾਂ ਪਿੱਛੇ 1% ਵੋਟ ਮਿਲੀ ਹੈ, ਤੀਜਾ 100 ਵੋਟ ਰਹਿ ਗਈ ਆ ਪਰ ਸੀਟ। ਸੋ ਇਸ ਕਰਕੇ ਇਹਨਾਂ ਨੂੰ ਤਾਂ, ਪਰ ਜਿੱਥੋਂ ਤੱਕ ਸਵਾਲ ਆ ਆਪ ਪਾਰਟੀ ਦਾ ਇਹ ਕਹਿਣਾ ਵੀ ਇਹ ਸ਼ਿਵ ਸੈਨਾ ਤੇ ਇਹਨਾਂ ਦਾ ਝਗੜਾ ਸੀ ਜਾਂ ਹਿੰਦੂ ਸੰਮਤੀ ਦਾ, ਇਹ ਗਲਤ ਹੈ। ਇਹ ਝਗੜਾ ਇਹਨਾਂ ਦਾ ਨਹੀਂ ਸੀ, ਇਹ ਜਾਣਬੁੱਝ ਕੇ ਝਗੜਾ ਪੈਦਾ ਕਰਨਾ ਚਾਹੁੰਦੇ ਸੀ ਕਿ ਆਪ ਪਾਰਟੀ ਨੇ ਪੋਲੀਟੀਕਲੀ ਤਕੜਾ ਸਟੈਂਡ ਲੈ ਕੇ ਇਹਨਾਂ ਨੂੰ ਰੋਕਿਆ ਨਹੀਂ। ਤਕੜਾ ਸਟੈਂਡ ਲੈਣਾ ਹੁੰਦਾ, ਹੁਕਮ ਦੇਣਾ ਹੁੰਦਾ ਹੈ। ਜਦ ਇੰਨੇ ਦਿਨਾਂ ਦੇ ਇਸ਼ਤਿਹਾਰ ਲੱਗ ਰਹੇ ਸੀ, ਉਹਦੇ ਭਗਵੰਤ ਮਾਨ ਸਾਹਿਬ ਖੁਦ ਹੋਮ ਮਿਨਿਸਟਰ ਨੇ ਕੀ ਕਰਦੇ ਸੀ, ਉਹਦੇ DC ਤੇ SSP ਨੂੰ ਕਿਉਂ ਨਹੀਂ ਹਦਾਇਤ ਦਿੱਤੀ, IG ਹੁਣ ਤਾਂ ਪਟਿਆਲੇ IG ਨੂੰ ਹਦਾਇਤ ਕਿਉਂ ਨਹੀਂ ਦਿੱਤੀ ਵੀ ਇਹ ਜਲੂਸ ਜਿਹੜਾ ਅਸੀਂ ਨਹੀਂ ਨਿਕਲਦੇ ਰਹੇ, ਬਿਲਕੁਲ ਰੋਕ ਦਿਓ। ਔਰ ਮੈਂ ਦੇਖਿਆ ਜੇ ਤੁਸੀਂ ਰੋਕਣਾ ਚਾਹੋ ਤੁਸੀਂ ਸਿੱਖੋ, ਮੈਂ ਤਾਂ ਪੰਜਾਬ 'ਚ ਰਹਿਣਾ, ਮੈਨੂੰ ਨਹੀਂ ਪਤਾ ਤੁਹਾਨੂੰ ਸਿੱਖਾਂ ਦਾ ਕਿੰਨਾ ਕੁ ਪਤਾ ਹੈ, ਮਾਫ਼ ਕਰਨਾ। ਜਦ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ, ਅਕਾਲ ਤਖਤ ਸਾਹਿਬ ਢਾਹਤੇ ਸੀ, 8 ਜੂਨ 1983 ਨੂੰ 2 ਘੰਟੇ ਵਾਸਤੇ 8 ਤੋਂ 10 ਕਰ ਰੁਕਦਾ ਸੀ। ਗੰਢੀ ਵਿੰਡ ਰੋਡ, ਚਾਟੀ ਵਿੰਡ ਰੋਡ, ਮਜੀਠਾ ਰੋਡ ਸਾਰੇ ਭਰਤੇ ਸੀ ਸਿੱਖਾਂ ਨੇ ਆ ਕੇ, ਹੁਮ ਕੇ ਆ ਗਏ ਸੀ ਵੀ ਦੇਖੀ ਜੋ ਹੁੰਦਾ ਹੈ। ਜਨਰਲ ਬਰਾੜ ਸੀ, ਜਨਰਲ ਬਰਾੜ ਨੇ ਕਿਹਾ ਵੀ ਦੇਖੋ ਜੋ ਕੁਛ ਹੋਇਆ ਬਹੁਤ ਮਾੜਾ ਹੋਇਆ, ਮੈਨੂੰ ਵੀ ਬੜਾ ਦੁੱਖ ਹੈ, ਪਰ ਜਿੱਥੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖਾਂ ਸਹੁੰ ਖਾਧੀ ਹੈ, ਉਸੇ ਗੁਰੂ ਗ੍ਰੰਥ ਸਾਹਿਬ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਮੈਂ ਫੌਜ ਦਾ ਸਿਪਾਹੀ ਹਾਂ, ਉੱਥੇ ਵੀ ਉਹੀ ਸਹੁੰ ਖਾਧੀ ਹੈ ਵੀ ਮੈਂ ਦੇਸ਼ ਦੇ ਵਾਸਤੇ ਪਿੱਛੇ ਨਹੀਂ ਹਟਾਂਗਾ ਤੇ ਮੈਂ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ। ਜੋ ਪਹਿਲਾਂ ਨੁਕਸਾਨ ਹੋ ਗਿਆ ਹੋਰ ਨਾ ਕਰਾਓ। ਤੇ ਉਹ ਮੁੜ ਗਏ ਵਾਪਸ। ਸਿੱਖਾਂ ਜਿੰਨੀ ਤਕੜੀ ਕੌਮ ਲੜਾਈ ਕਰਨ ਵਾਸਤੇ, ਆਪਦੇ ਧਰਮ ਵਾਸਤੇ ਮਰਨ ਵਾਸਤੇ ਪੂਰੀ ਦੁਨੀਆ 'ਚ ਨਹੀਂ ਹੈਗੀ, ਉਹ ਤਾਂ ਪਿੱਛੇ ਮੁੜ ਗਏ। ਆਹ ਚਾਹ ਟੋਟੂ ਜਿਹੜੇ ਹੈ ਹੀ ਮੁੱਢ ਦੇ, ਜਿਹੜੇ ਹੈ ਹੀ ਪਾੜੇ ਦੇ, ਜਿਨ੍ਹਾਂ ਨੂੰ ਆਪਦੇ ਲੋਕ ਨਹੀਂ ਪਛਾਣਦੇ, ਉਹ ਅੱਗੇ ਵੱਧ ਜਾਂਦੇ। ਸੀਰ ਦੇਣ ਵਾਲੇ ਨਹੀਂ ਹੈਗੇ ਇਹ। ਆ ਸਿੰਘੂ ਬਾਰਡਰ ਤੇ ਜਿਹੜਾ ਮਾਰਿਆ ਸੀ ਉਹ ਵੀ BJP ਨੇ ਲੈ ਕੇ ਗਈ ਸੀ, ਜਿਹਨੇ ਮਾਰਿਆ ਉਹ ਵੀ BJP ਦੇ ਨਾਲ ਸੀ, ਇਕੱਠੇ ਤੋਮਰ ਸਾਹਿਬ ਕੋਲ ਰੋਟੀ ਖਾ ਰਹੇ ਸੀ। ਤੁਸੀਂ ਕੀ ਗੱਲਾਂ ਕਰਦੇ ਹੋ? ਸੋ ਇਸ ਕਰਕੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਆਪ ਪਾਰਟੀ ਦੀ ਪੋਲੀਟੀਕਲ ਫੇਲੀਅਰ ਸੀ ਇਹ, ਪਰ ਇਹ ਦੋਸ਼ ਲਾਉਣਾ ਕਿ ਜੀ ਇਹ ਦੋ ਧਿਰਾਂ ਦਾ ਝਗੜਾ ਸੀ, ਕਿਉਂ ਹੋਵੇ ਝਗੜਾ, ਇਹ ਵੀ ਨਾਦਾਨੀ ਹੈ। ਪਰ ਪ੍ਰਸ਼ਾਸਨ ਤੁਹਾਡੇ ਹੱਥ ਆ, ਤਾਂ ਤੁਸੀਂ ਆਪਣੇ ਹਿਸਾਬ ਨਾਲ ਕਾਰਵਾਈ ਕਰੋ। ਗਰਗ ਸਾਹਿਬ, ਮੈਂ ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਮੇਰਾ ਇਹ ਵੀ ਹੁੰਦਾ ਕਿ ਲੋਕਾਂ ਨੂੰ ਸਮਝਾ ਦਿੱਤਾ ਜਾਵੇ ਕਿ ਹਿੰਦੂ ਸਿੱਖ ਦੀ ਇਹ ਜਿਹੜੀ ਭਾਈਚਾਰਕ ਸਾਂਝ ਆ, ਇਹਦੀਆਂ 1-2 ਉਦਾਹਰਨਾਂ ਤੁਸੀਂ ਦੇ ਦਿਓ, ਤੁਹਾਡੇ ਜ਼ਿਹਨ ਦੇ ਵਿੱਚ ਬਹੁਤ ਸਾਰੀਆਂ ਹੈਗੀਆਂ, ਮੈਂ ਤਾਂ ਕਹਿੰਦਾ 1-2 ਦੇ ਦਿਓ, ਲੋਕਾਂ ਨੂੰ ਸਮਝ ਆ ਜਾਵੇ ਵੀ ਇਹ ਭਾਈਚਾਰੇ ਦੀ ਸਾਂਝ ਕਿੰਨੀ ਜ਼ਰੂਰੀ ਆ, ਕਿੰਨੀ ਅਹਿਮੀਅਤ ਰੱਖਦੀ ਹੈ। ਪਿਛੋਕੜ ਦੀ ਅਸੀਂ ਜਦੋਂ ਇਤਿਹਾਸ 'ਚ ਝਾਤ ਮਾਰਦੇ ਹਾਂ ਤਾਂ ਸਾਡੇ ਲਈ ਕਿੰਨੀ ਅਹਿਮੀਅਤ ਰਹੀ ਹੈ, ਪੰਜਾਬ ਕਿਵੇਂ ਜੁੜਿਆ ਰਿਹਾ ਹੈ, ਹਿੰਦੂ ਸਿੱਖ ਕਿਵੇਂ ਜੁੜੇ ਰਹੇ ਨੇ ਹਮੇਸ਼ਾ। ਤਾਂ 1-2 ਉਦਾਹਰਨਾਂ ਦੇ ਦਿਓ, ਲੋਕਾਂ ਨੂੰ ਸਮਝ ਆਉਣੀ ਚਾਹੀਦੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਕਿਉਂਕਿ ਮੈਂ ਤਾਂ ਬਚਪਨ ਤੋਂ 1951 ਚੋਂ ਕੱਚੀ ਪਹਿਲੀ 'ਚ ਪੜ੍ਹਦਾ ਸੀ, ਉਦੋਂ ਤੋਂ ਮੈਂ ਦੇਖਦਾ ਆਇਆ। ਉਦੋਂ ਦੇਸ਼ ਦੇ ਵਿੱਚ ਮੁੜ ਵਸੇਬਾ ਹੋ ਰਿਹਾ ਸੀ। ਮੁੜ ਵਸੇਬਾ ਤਾਂ ਪੰਜਾਬੀਆਂ ਦੀ ਜ਼ਿਆਦਾ ਹੋਣਾ ਸੀ, ਕਿਉਂਕਿ ਬੰਗਾਲ ਤਾਂ ਪਹਿਲਾਂ ਹੀ ਵੰਡਿਆ ਹੋਇਆ ਸੀ, ਉੱਥੋਂ ਇੰਨੇ ਬੰਦੇ ਸ਼ਿਫਟ ਨਹੀਂ ਹੋਏ ਜਿੰਨੇ ਉਰੇ ਹੋਇਆ। ਔਰ ਮਾਰਕਾਟ ਕਿੰਨਾ ਨੇ ਕਰਾਈ, ਇੱਕ ਤਾਂਗੇ ਵਾਲਾ ਉਦਾਹਰਨ ਹੈ, ਕਹਾਣੀ ਹੈ। ਉਹਦੇ ਵਿੱਚ ਇੱਕ ਬੱਚੇ ਨੂੰ ਮਾਰ ਦਿੰਦਾ ਇੱਕ ਸਾਈਸ ਮੁਸਲਮਾਨ, ਇੱਕ ਹਿੰਦੂ ਬੱਚੇ ਨੂੰ, ਸਿੱਖ ਬੱਚੇ ਨੂੰ ਮਾਰ ਦਿੰਦਾ ਜਾਂ ਹਿੰਦੂ ਨੂੰ। ਕੋਰਟ 'ਚ ਕੇਸ ਚਲਾ ਜਾਂਦਾ ਹੈ, ਕੋਰਟ ਦੇ ਵਿੱਚ ਗਵਾਹੀਆਂ ਹੋ ਜਾਂਦੀਆਂ ਸਾਰੀਆਂ ਉਹਦੇ ਖਿਲਾਫ ਸਾਈਸ ਦੇ। ਜਿਹੜਾ ਬੱਚੇ ਦਾ ਬਾਪ ਹੈ ਉਹ ਕਹਿੰਦਾ ਹੈ ਵੀ ਬਿਲਕੁਲ ਨਹੀਂ ਇਹਨੇ ਮਾਰਿਆ। ਉਹ ਕਹਿੰਦੇ ਸਭ ਦੇ ਸਭ ਕਹਿੰਦਾ ਨਾ ਇਹਨੇ ਮਾਰੇ ਨਹੀਂ, ਇਹ ਤਾਂ ਇਹਨੂੰ ਨਮਾਉਂਦਾ ਸੀ, ਕੱਪੜੇ ਪਾਉਂਦਾ ਸੀ, ਦੇਖ ਮੈਂ ਤਾਂ ਇਹਦਾ ਧਿਆਨ ਹੀ ਨਹੀਂ ਕਰ ਸਕਿਆ ਕਦੇ, ਇਹ ਤਾਂ ਪੁੱਤਾਂ ਵਾਂਗੂ ਪਾਲਦਾ ਸੀ ਇਹਨੂੰ, ਫਿਰ ਕਿਹਨੇ ਮਾਰਿਆ? ਕਹਿੰਦਾ ਉਹ ਭਾਈ ਜਿਹੜਾ ਬੈਠਾ ਹੈ, ਉਹ ਮੁੰਡਾ ਜਿਹੜਾ ਬੈਠਾ ਹੈ, ਉਹ ਪੁਜਾਰੀ ਜਿਹੜਾ ਬੈਠਾ ਹੈ, ਉਹਨਾਂ ਦੇ ਪਿੱਛੇ ਜਿਹੜੀ ਸਿਆਸਤ ਖੜੀ ਹੈ, ਜਿਹੜੀ ਸਿਆਸਤ ਉਹਨਾਂ ਤੋਂ ਇਹ ਕੰਮ ਕਰਵਾ ਰਹੀ ਹੈ, ਉਹ ਦੋਸ਼ੀ ਨੇ ਅਸਲ। ਇਹ ਸੀ ਏਕੇ ਦੀ ਮਾਮਲਾ। ਦੂਜਾ ਸੁਣਾ ਦੇਣਾ, 84 ਦੇ ਵੇਲੇ 3 ਜੂਨ 1984 ਨੂੰ ਅਸੀਂ ਯਾਦ ਰੱਖਦੇ ਹਾਂ, ਐਤਵਾਰ ਦਾ ਦਿਨ ਸੀ। 2 ਜੂਨ ਤੇ 3 ਜੂਨ ਦੀ ਰਾਤ ਨੂੰ, ਵਿਚਾਲਲੀ ਰਾਤ ਨੂੰ, ਤਿੱਬੜ ਪਿੰਡਾ ਗੁਰਦਾਸਪੁਰ ਦੇ ਲਾਗੇ ਕਾਹਨੂੰਵਾਨ ਰੋਡ ਤੇ 7-8 ਕਿਲੋਮੀਟਰ ਤੇ, ਉੱਥੇ 7 ਕੇ 8 ਬੰਦਿਆਂ ਨੂੰ ਕਤਲ ਕਰ ਗਏ ਖੜਕੂ। ਉਹਨਾਂ ਦੀਆਂ ਲਾਸ਼ਾਂ ਚੁੱਕੇ ਲਿਆਉਣ ਵਾਲੇ ਸਾਰੇ ਸਿੱਖ ਸੀਗੇ। ਉਹ ਸਿੱਖ ਮੈਨੂੰ ਕਹਿ ਰਹੇ ਸੀ ਜੀ ਇਹਨਾਂ ਦਾ ਪੋਸਟਮਾਰਟਮ ਕਰ ਦਿਓ, ਸਾਡੀ ਹੜਤਾਲ ਚੱਲ ਰਹੀ ਸੀ DCSSP ਦੇ ਖਿਲਾਫ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਇਹ ਪੋਸਟਮਾਰਟਮ ਅਸੀਂ ਹੜਤਾਲ ਦੇ ਬਾਵਜੂਦ ਕਰਾਂਗੇ, ਕਿਉਂਕਿ ਇਹਨਾਂ ਨੇ ਕੀ ਵਿਗਾੜਿਆ ਕਿਸੇ ਦਾ। ਮੈਂ ਉਸ ਵਕਤ, ਕਿਉਂਕਿ ਉਸ ਹਸਪਤਾਲ ਦਾ ਇੰਚਾਰਜ ਰਿਹਾ, ਜਿਹੜਾ ਹਸਪਤਾਲ ਸਭ ਤੋਂ ਹੌਟਬੈਡ ਮੰਨਿਆ ਜਾਂਦਾ ਹੈ, ਤੇ ਉੱਥੇ ਮੈਂ ਇੱਕ ਵੀ ਘਟਨਾ ਨਹੀਂ ਦੇਖੀ।
ਸਿਰਫ ਇੱਕ ਹਸਪਤਾਲ 'ਚ ਜਾਂ ਲੋਕਾਂ 'ਚ ਇੱਕ ਘਟਨਾ ਐਸੀ ਹੋਈ, ਚੁੱਕ ਦੇਤੀ ਦੋਨੇ ਪਾਸੇ ਧਿਰਾਂ ਨੂੰ। ਦੋਨੇ ਧਿਰਾਂ ਉੱਥੇ ਇਕੱਠੀਆਂ ਹੋ ਗਈਆਂ ਇੱਕ ਰੋਡ ਤੇ। ਹਸਪਤਾਲ ਦੇ ਪਿੱਛੇ ਉਹ ਰੋਡ ਹੈ, ਹਨੂੰਮਾਨ ਚੌਕ ਨੂੰ ਜਾਂਦੀ ਹੈ। ਉਸ ਰੋਡ ਤੇ ਜਦੋਂ ਇਕੱਠੀਆਂ ਹੋ ਗਈਆਂ, ਇੱਕ ਪਾਸੇ ਸਿੱਖ ਖੜੇ ਨੇ, ਇੱਕ ਪਾਸੇ ਹਿੰਦੂਆਂ ਤਲਵਾਰਾਂ ਲਈ ਖੜੇ ਨੇ। ਅਸੀਂ ਕੁਝ ਬੰਦੇ, ਪ੍ਰੋਫੈਸਰ ਪਰਮਿੰਦਰ ਸਿੰਘ ਸੀਗੇ, ਹੋਰ ਸੀਗੇ, ਅਸੀਂ ਜਾ ਕੇ ਕੁਝ ਮਿਲੇ ਨੇਤਾਵਾਂ ਨੂੰ ਵੀ ਇੱਕ ਨੇ ਕਿਹਾ ਇਹ ਤਾਂ ਬੜੇ ਭਲੇ ਨੇ ਦੋਨੇ ਤਰ੍ਹਾਂ ਮੇਰੇ ਕੋਲ ਹੀ ਗਈਆਂ ਨੇ। ਫਿਰ ਮੈਂ ਕਿਹਾ ਜੀ ਤੁਸੀਂ ਕਹੋ ਵੀ ਤੁਸੀਂ ਝਗੜਾ ਕਰਾ ਰਹੇ ਹੋ, ਜੇ ਦੋਨੇ ਹੀ ਤੁਹਾਡੇ ਚੇਲੇ ਨੇ, ਉਹਨੂੰ ਕਹੋ ਭਾਈ ਇਹ ਜਾਨੀ ਕੰਮ ਕਰਨਾ, ਸ਼ਾਂਤੀ ਰੱਖਣੀ ਹੈ। ਉਹਦੇ ਵਿੱਚ ਕੀ ਹੋਇਆ? ਉਹਨੇ ਤਾਂ ਕੁਝ ਨਹੀਂ, ਕਿਉਂਕਿ ਉਹਨੇ ਤਾਂ ਲੜਾਈ ਕਰਾਉਣੀ ਸੀ। ਜਿਹੜਾ ਹੁਣ ਭਗਵੰਤ ਮਾਨ ਰੋਲ ਪਲੇ ਨਹੀਂ ਕਰ ਸਕਿਆ, ਉਹਦੇ ਵਿੱਚ ਖੁਸ਼ਹਾਲ ਬਹਿਲ ਬੜੇ ਇੰਟੈਲੈਕਚੁਅਲੀ ਸਿਆਣੇ ਸੀਗੇ। ਉਹ ਜਾ ਕੇ, ਉਹਨਾਂ ਦੀ ਕੋਠੀ ਸੀ ਉੱਥੇ ਬਿਲਕੁਲ ਗੇਟ ਸਾਹਮਣੇ ਸੀ, ਉਹ ਉਸ ਸੜਕ ਤੇ ਜਾ ਕੇ ਖੜੇ ਹੋ ਗਏ ਵਿਚਾਲੇ। ਕਹਿੰਦੇ ਪਹਿਲਾਂ ਮੈਨੂੰ ਮਾਰੋਗੇ ਫਿਰ ਤੁਸੀਂ ਲੜੋਗੇ ਆਪਸ ਵਿੱਚ। ਦੋਨੇ ਤਰ੍ਹਾਂ ਸ਼ਾਂਤ ਹੋ ਗਈਆਂ। ਇਹ ਹੁੰਦਾ ਹੌਸਲਾ। ਇਹ ਮੈਂ ਦੇਖਿਆ, ਇਹ ਮੇਲ ਦੀਆਂ ਗੱਲਾਂ ਦੱਸੀਆਂ ਤੁਹਾਨੂੰ। ਦਰਬਾਰ ਸਾਹਿਬ ਦੇ ਉੱਤੇ ਤੁਹਾਨੂੰ ਪਤਾ ਵੀ ਬਹੁਤ ਸਾਰੇ ਹਿੰਦੂਆਂ ਨੇ ਵੀ ਰੋਏ ਸੀਗੇ, ਕਿਉਂਕਿ ਉਹ ਵੀ ਉਪਾਸਕ ਨੇ, ਗੁਰੂ ਗ੍ਰੰਥ ਸਾਹਿਬ ਬਥੇਰੇ ਪੂਜਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਜਾ ਕੇ ਪਾਠ ਕਰਾਉਂਦੇ ਨੇ। ਸੋ ਇਸ ਕਰਕੇ ਜਿਹੜਾ ਸ਼ੈਤਾਨ ਹੈ, ਉਹ ਚਾਹੇ ਭੇਖ ਜਿਹੜਾ ਮਰਜ਼ੀ ਧਾਰਿਆ ਹੋਵੇ, ਚਾਹੇ ਉਹ ਸਿੱਖ ਬਣ ਜੇ, ਚਾਹੇ ਉਹ ਮੁਸਲਮਾਨ ਬਣ ਜੇ, ਚਾਹੇ ਹਿੰਦੂ ਬਣ ਜੇ, ਚਾਹੇ ਉਹ ਕੋਈ ਚੋਗਾ ਪਾ ਲੇ, ਚਾਹੇ ਉਹ ਤਿਲਕ ਲਾ ਲੇ, ਚਾਹੇ ਉਹ ਕੋਈ ਕ੍ਰੋਸ ਪਾ ਲੇ, ਉਹ ਤਾਂ ਉਹਨੇ ਦਿਖਾਵਾ ਕਰਿਆ ਹੋਇਆ। ਚਿੱਟੇ ਜਿਨਕੇ ਕੱਪੜੇ, ਮੈਲੇ ਚਿੱਤ ਕਠੋਰ ਜੀ, ਉਹ ਬਾਹਰੋਂ ਧੋਤੀ ਤੁਮੜੀ ਅੰਦਰ ਵਿਸਨ ਕੋਰ ਜੀ, ਉਹਨਾਂ ਦਾ ਚਿੱਟੇ ਕੱਪੜੇ ਪਾਏ ਹੋਏ ਨੇ। ਕਿਸੇ ਨੇ ਭਗਵੇਂ ਪਾਏ ਨੇ, ਕਿਸੇ ਨੇ ਨੀਲੇ ਪਾਏ ਨੇ। ਉਹਨਾਂ ਦਾ ਤਾਂ ਕੋਈ ਮਤਲਬ ਨਹੀਂ ਹੈ। ਆਮ ਹਿੰਦੂ, ਸਿੱਖ ਜਿਹੜਾ ਮੁਸਲਮਾਨ ਹੈ, ਉਹ ਨਾ ਕਿਸੇ ਧਾਰਮਿਕ ਸਥਾਨ ਦੀ ਬੇਅਦਬੀ ਕਰਦਾ, ਨਾ ਕਰਨ ਦੀ ਸੋਚ ਸਕਦਾ ਹੈ, ਕਿਉਂਕਿ ਰੱਬ ਤੋਂ ਬਹੁਤ ਜ਼ਿਆਦਾ ਡਰਦਾ ਹੈ। ਉਹਦੇ ਵਾਸਤੇ ਰੱਬ ਅੱਲਾ ਵੀ ਹੈ, ਉਹਦੇ ਵਾਸਤੇ ਰੱਬ ਰਾਮ ਵੀ ਹੈ, ਉਹਦੇ ਵਾਸਤੇ ਰੱਬ ਵਾਹਿਗੁਰੂ ਵੀ ਹੈ, ਅਕਾਲ ਪੁਰਖ ਵੀ ਹੈ। ਸੋ ਇਸ ਕਰਕੇ ਉਹ ਤਾਂ ਬੇਅਦਬੀ ਕਰਦਾ ਹੀ ਨਹੀਂ। ਕੋਈ ਹਿੰਦੂ ਹਿੰਮਤ ਨਹੀਂ ਕਰ ਸਕਦਾ ਜਿੰਨਾ ਚਿਰ ਉਹਦਾ ਬ੍ਰੇਨ ਵਾਸ਼ ਨਾ ਕਰਿਆ ਜਾਵੇ ਮਨੋਂ ਕਿ ਮੈਂ ਕਿਸੇ ਗੁਰਦੁਆਰੇ ਜਾਂ ਕਿਸੇ ਮਸਜਿਦ ਦੀ ਬੇਅਦਬੀ ਕਰਾਂ। ਇਸੇ ਤਰ੍ਹਾਂ ਹੀ ਕੋਈ ਸਿੱਖ ਜਿੰਨਾ ਚਿਰ ਉਹਦਾ ਬ੍ਰੇਨ ਨਾ ਵਾਸ਼ ਕਰਿਆ ਜਾਵੇ, ਇਹ ਨਹੀਂ ਸੋਚ ਸਕਦਾ ਵੀ ਮੈਂ ਕਿਸੇ ਮਸਜਿਦ ਜਾਂ ਮੈਂ ਕਿਸੇ ਮੰਦਿਰ ਦੀ ਬੇਅਦਬੀ ਕਰਾਂ। ਇਸੇ ਤਰ੍ਹਾਂ ਹੀ ਕੋਈ ਮੁਸਲਮਾਨ ਇਹ ਨਹੀਂ ਸੋਚ ਸਕਦਾ ਕਿ ਮੈਂ ਕਿਸੇ ਗੁਰਦੁਆਰੇ ਜਾਂ ਮੰਦਿਰ ਦੀ ਬੇਅਦਬੀ ਕਰਾਂ, ਕਿਉਂਕਿ ਉਹ ਰੱਬ ਤੋਂ ਡਰਨ ਵਾਲੇ ਨੇ। ਉਹ ਇਨਸਾਨ ਸਭ ਨੂੰ ਬਰਾਬਰ ਸਮਝਦੇ ਆ। ਮਲੇਰਕੋਟਲੇ ਅਸੀਂ ਮੀਟਿੰਗਾਂ ਕਰੀਆਂ, ਉਹ ਤਾਂ ਵਿਚਾਰੇ ਐਂ ਖੜੇ ਸੀਗੇ ਵੀ ਅਸੀਂ ਤਾਂ ਹੱਥਾਂ ਤੇ ਛਾਵਾਂ ਕਰਨ ਨੂੰ ਤਿਆਰ ਸੀਗੇ। ਇੱਕ ਉਦਾਹਰਨ ਹੋਰ ਦੇ ਦੇਣਾ, ਸ਼ੇਰ ਖਾਂ ਕੌਣ ਸੀ? ਸ਼ੇਰ ਖਾਂ ਨੇ ਆਪਦੇ ਨਾਲ ਦੇ ਵਜ਼ੀਰ ਖਾਂ ਨੂੰ ਕਿਹਾ ਵੀ ਇਹਦੇ ਬਾਪ ਨਾਲ ਤੁਹਾਡੀ ਲੜਾਈ ਆ, ਬੱਚਿਆਂ ਤੋਂ ਕਿਉਂ ਬਦਲਾ ਲੈਣਾ? ਅੱਜ ਤੱਕ ਮਲੇਰਕੋਟਲੇ ਦੇ ਉੱਤੇ ਹਮਲਾ ਨਹੀਂ ਹੋਇਆ। ਇਹ ਗੱਲ ਆਪਾਂ ਸਮਝ ਕੇ ਦੇਖੀਏ। ਸੋ ਜੇ ਉਹ ਉਦੋਂ ਉਹਦੇ ਹਾਦਾ ਨਾਰਾ ਮਾਰਿਆ ਸੀ ਨਾ, ਪਰ ਅੱਜ ਬਹੁਤ ਸਾਰੇ ਉਹ ਨੇ, ਜਿਵੇਂ ਮਹਾਭਾਰਤ ਅਸੀਂ ਦੇਖਦੇ ਹਾਂ ਨਾ, ਜਦ ਘਰ ਦੀ ਬਹੂ ਦਾ ਚੀਰ ਹਰਨ ਕਰਿਆ ਜਾ ਰਿਹਾ ਹੈ ਤਾਂ ਫਿਰ ਭੀਸ਼ਮ ਪਿਤਾਮਾ ਚੁੱਪ ਰਹਿੰਦੇ ਨੇ, ਤੇ ਉਹ ਕਹਿੰਦੇ ਸਾਡਾ ਤਾਂ ਫਿਰ ਰਾਜ ਦੇ ਮੰਜੇ ਨਾਲ, ਪਾਵੇ ਨਾਲ ਬੰਨੇ ਹੋਏ ਆ ਨਾ। ਅਸੀਂ ਤਾਂ ਜਿਹੜੇ ਰਾਜ ਦੇ ਪਾਵੇ ਨਾਲ ਬੰਨੇ ਹੋਏ ਨੇ, ਉਹ ਆਹ ਕੁਛ ਕਰ ਰਹੇ ਨੇ। ਆਮ ਲੋਕ ਬਿਲਕੁਲ ਨਹੀਂ ਕਰ ਰਹੇ। ਆਮ ਲੋਕਾਂ ਦੀਆਂ ਰੋਜ਼ ਮੈਂ ਉਦਾਹਰਨਾਂ ਦੇਖਦਾ, ਫੱਟੜਾਂ ਨੂੰ ਚੁੱਕੇ ਲਿਆਉਂਦੇ ਨੇ, ਉਹਨਾਂ ਵਾਸਤੇ ਖੂਨਦਾਨ ਕਰਦੇ ਨੇ। ਇੱਕ ਹੋਰ ਲਾਸਟ ਉਦਾਹਰਨ ਦੇ ਕੇ ਮੈਂ ਖਤਮ ਕਰਾਂਗਾ, ਝਗੜਾ ਕਰਾਉਣ ਵਾਲਿਆਂ ਦੀ। 1978-79 ਦੀ ਗੱਲ ਹੈ, ਸ਼ਾਇਦ 78 ਦੀ ਹੈ। ਨਾਭੇ ਫੁੱਟਬਾਲ ਖੇਡਦੇ ਹੁੰਦੇ ਸ਼ਡਿਊਲਡ ਕਾਸਟ ਬੱਚੇ ਇੱਕ ਪਾਰਕ 'ਚ। RSS ਨੇ ਇੱਕ ਦਿਨ ਫੈਸਲਾ ਕਰ ਲਿਆ ਵੀ ਇਹਨਾਂ ਨੂੰ ਖੇਡਣ ਨਹੀਂ ਦੇਣਾ ਆਪਾਂ। ਉਹ ਚਲੇ ਗਏ ਉੱਥੇ, ਉਹਨਾਂ ਨੇ ਜਾ ਕੇ ਉਹਨਾਂ ਨੂੰ ਕੁੱਟਤਾ, ਸਿਰ ਸੁਰ ਪਾੜਤੇ। ਸ਼ਾਖਾ ਸ਼ੂਖਾ ਤਾਂ ਕੀ ਲਾਉਣੀ ਸੀ। ਜਦੋਂ ਥੋੜ੍ਹੀ ਦੇਰ ਬਾਅਦ ਆਪ ਵਾਪਸ ਆਉਣ ਲੱਗੇ, ਉਹ ਮਾਜਰੀ ਵਿੱਚ ਦੀ ਰਸਤਾ ਸੀ, ਉਹਨਾਂ ਨੇ ਚੰਡ ਤੇ, ਉਦੋਂ ਨੂੰ ਇਕੱਠੇ ਹੋ ਕੇ ਰੌਲਾ ਪੈ ਗਿਆ। ਸਰ ਜਦ ਉਹ ਕੁੱਟੇ ਗਏ, ਦੋਨੇ ਹਸਪਤਾਲ 'ਚ ਆ ਗਏ। ਹਸਪਤਾਲ 'ਚ ਮੈਂ ਅੱਗੇ, ਇੱਕ ਪਾਸੇ ਮੇਰੀ ਇੱਕ ਭਾਬੀ ਜੀ ਦਾ ਤਾਇਆ ਜੀ ਖੜੇ RSS ਦੇ, ਦੂਜੇ ਪਾਸੇ ਮੇਰੀ ਦੂਜੀ ਭਾਬੀ ਜੀ ਦਾ ਭਰਾ ਖੜਿਆ, ਉਹ ਗੁਰਦਰਸ਼ਨ ਜਿਹੜਾ ਹੁੰਦਾ ਵਜ਼ੀਰ, ਉਹਦਾ ਪੀ। ਮੈਂ ਕਿਹਾ ਦੇਖੋ ਗੱਲ ਸਿੱਧੀ ਹੈ ਬਈ, ਆਹ ਤੁਸੀਂ ਉਹਨਾਂ ਨੂੰ ਕਿਹਾ ਮੇਰੀ ਭਾਬੀ ਦੇ ਤਾਇਆ ਜੀ ਨੂੰ, ਮੈਂ ਕਿਹਾ ਜੀ ਤੁਸੀਂ ਤੁਹਾਡੇ ਕੋਲ ਪੈਸਾ ਪੂਸਾ ਬਹੁਤ ਹੈ, ਦਵਾਈ ਇੱਥੋਂ ਤੁਹਾਨੂੰ ਕੋਈ ਨਹੀਂ ਮਿਲਣੀ, ਬਾਕੀ ਜੋ ਇਲਾਜ ਆ ਉਹ ਠੀਕ ਹੋਏਗਾ, ਜੋ ਕੇਸ ਆ ਉਹ ਵੀ ਉਹੀ ਬਣੂਗਾ ਜਿੰਨਾ ਹੈਗਾ। ਦੂਜੇ ਨੂੰ ਕਿਹਾ ਮੈਂ ਕਾਕਾ ਤੂੰ ਚਿੰਤਾ ਨਾ ਕਰ, ਇਹ ਗਰੀਬ ਨੇ, ਸਾਰੀ ਦਵਾਈ ਉਰੋਂ ਮਿਲੂ। ਰਾਣੀਆਂ ਕਹਿ ਕੇ ਦੇ ਰਿਹਾ ਮੈਂ, ਇਹ ਜਿਹਨੇ ਮੇਰੀ ਟੰਗ ਤੋੜਨੀ ਹੈ ਤੋੜੇ, ਜਿਹਨੇ ਮੇਰੇ ਤੇ ਮੁਕੱਦਮਾ ਕਰਨਾ ਕਰ ਰਹੇ ਵੀ ਇਹ ਐਂ ਵਿਤਕਰਾ ਕਰਦਾ, ਕਿਉਂਕਿ ਮੈਨੂੰ ਸਰਕਾਰ ਨੇ ਅਧਿਕਾਰ ਦਿੱਤਾ ਹੈ ਵੀ ਇਹ ਦਵਾਈ ਗਰੀਬਾਂ ਵਾਸਤੇ ਹੈ। ਸੋ ਇਹਨਾਂ ਨੂੰ ਮਿਲੂਗੀ, ਪਰ ਕੇਸ ਹੋਣਾ ਹੀ ਬਣੂ ਜਿੰਨਾ ਹੈਗਾ। 5 ਦਿਨ ਨਹੀਂ ਹੋਏਗੀ, ਇਲਾਜ 'ਚ ਕੋਈ ਕਸਰ ਨਹੀਂ ਹੋਏਗਾ। ਸੋ ਹੁਣ ਤੁਸੀਂ ਦੇਖੋ 3 ਬੰਦੇ ਅਸੀਂ ਖੜੇ ਹਾਂ, 2 ਉਹਨਾਂ 'ਚੋਂ 2 ਦੇ ਨਾਲ ਖੜੇ ਨੇ, ਸ਼ਾਇਦ ਉਹਨਾਂ 'ਚ ਇੱਕ ਧਿਰ ਉਹ ਵੀ ਸੀ ਜਿਹੜੇ ਵੱਡੇ ਸੀਗੇ ਕਿ ਉਹਨਾਂ ਨੇ ਤਾਂ ਲੜਾਈ ਕਰਾਈ, ਕਿਉਂਕਿ ਜਾ ਕੇ ਹਮਲਾ ਤਾਂ ਉਹਨਾਂ ਨੇ ਕਰਵਾਇਆ, ਦੂਜੇ ਸ਼ਾਇਦ ਡਿਫੈਂਸ 'ਚ ਹੀ ਹੋਣ। ਸੋ ਕੱਲ੍ਹ ਜੋ ਕੁਛ ਹੋਇਆ, ਇਹ ਹੁਣ ਇੱਥੇ ਕੋਈ ਹਮਲਾਵਰ ਤੇ ਨਾ ਹਮਲਾਵਰ ਨਹੀਂ ਸੀ, ਦੋਨੇ ਹਮਲਾਵਰ ਸੀਗੇ, ਕਿਉਂ ਦੋਨਾਂ ਨੂੰ ਚੁੱਕ ਲੱਗੀ ਹੋਈ ਸੀ। ਜੇ ਦੋਹਾਂ ਨੂੰ ਚੁੱਕ ਨਾ ਲੱਗੀ ਹੁੰਦੀ ਤਾਂ ਇਹ ਨਹੀਂ ਹੋਣਾ ਸੀ। ਪਰ ਹਿੰਦੂਆਂ ਸਿੱਖਾਂ ਨੇ, ਹੁਣ ਤੁਸੀਂ ਦੇਖੋ ਪਟਿਆਲੇ ਦੇ ਵਿੱਚ ਇੱਕ ਸਿੱਖ ਉੱਥੇ ਕਰ ਰਿਹਾ ਸੇਵਾ ਮੰਦਿਰ ਦੇ ਸਾਹਮਣੇ, ਕਿੰਨੇ ਜਿਹੜੇ ਹਿੰਦੂ ਨੇ, ਗੁਰਦੁਆਰਾ ਦੂਖਨਿਵਾਰਨ ਸਾਹਿਬ ਜਾਓ, ਉੱਥੇ ਤੁਹਾਨੂੰ ਪਤਾ ਲੱਗੂ ਵੀ ਕਿੰਨੇ ਹਿੰਦੂ ਜਾ ਰਹੇ ਨੇ।
ਸੋ ਸਾਡਾ ਤਾਂ ਸਿਧਾਂਤ ਹੀ ਇਹ ਹੈ, ਜੇ ਮਿਲਣਾ ਕਲਗੀ ਵਾਲੇ ਨੂੰ ਸਿਰ ਧਰ ਕੇ ਤਲੀ ਤੇ ਆ ਜਾ, ਜੇ ਮਿਲਣਾ ਕਲਗੀ ਵਾਲੇ। ਬਹੁਤ ਸ਼ੁਕਰੀਆ। ਸੋ ਡਾਕਟਰ ਪਿਆਰੇ ਲਾਲ ਗਰਗ ਨੇ ਮੈਨੂੰ ਲੱਗਦਾ ਕਿ ਬੜੇ ਵਿਸਥਾਰ ਦੇ ਵਿੱਚ ਸਮਝਾ ਦਿੱਤਾ ਕਿ ਹਿੰਦੂ ਸਿੱਖ ਜਾਂ ਮੁਸਲਮਾਨ ਜਾਂ ਹੋਰ ਵੀ ਜਿੰਨੇ ਵੀ ਧਰਮਾਂ ਦੇ ਲੋਕ ਨੇ ਉਹਨਾਂ ਦੀ ਆਪਸੀ ਏਕਤਾ ਪੰਜਾਬ ਦੇ ਵਿੱਚ ਕਿੰਨੀ ਕੰਮ ਕਰਦੀ ਹੈ। ਬਹੁਤ ਸਾਰੀਆਂ ਵਿਰੋਧੀ ਤਾਕਤਾਂ ਨੇ ਜਿਹੜੀਆਂ ਕੋਸ਼ਿਸ਼ ਕਰ ਰਹੀਆਂ ਨੇ ਇਸ ਏਕਤਾ ਨੂੰ ਖੰਡਨ ਕਰਨ ਦੀਆਂ, ਤੋੜਨ ਦੀਆਂ, ਤੇ ਲਗਾਤਾਰ ਇਹ ਕੋਸ਼ਿਸ਼ਾਂ ਅੱਜ ਤੋਂ ਨਹੀਂ ਬੜੇ ਲੰਮੇ ਸਮੇਂ ਤੋਂ ਹੁੰਦੀਆਂ ਆ ਰਹੀਆਂ। ਬੜੇ ਉਦਾਹਰਨਾਂ ਦੇ ਸਹਿਤ ਉਹਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਟਿਆਲੇ ਦੀ ਘਟਨਾ ਜਿਹੜੀ ਹੈ ਕਿੱਥੋਂ ਨਿਕਲੀ ਹੈ, ਇਹਦੇ ਕਾਰਨ ਕੀ ਨੇ ਤੇ ਕਿਸ ਤਰੀਕੇ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ, ਪੰਜਾਬ ਸਰਕਾਰ ਦੀ ਕੀ ਅਣਗਹਿਲੀ ਰਹੀ ਹੈ, ਉਸ ਦਾ ਵੀ ਜ਼ਿਕਰ ਕੀਤਾ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਜ਼ਿਹਨ ਦੇ ਵਿੱਚ ਹੁਣ ਸਾਫ਼ ਹੋ ਗਈਆਂ ਹੋਣੀਆਂ। ਸਾਨੂੰ ਲੱਗਦਾ ਕਿ ਇੱਥੇ ਧਰਮਾਂ ਦੀ ਲੜਾਈ ਨਹੀਂ ਬਲਕਿ ਸਿਆਸਤ ਦੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਤੇ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਸੁਨੀਲ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।